ਸਾਡੀ ਭਾਸ਼ਾ ਹੀ ਅੰਤ ਦੇ ਵਿੱਚ ਆ ਕੇ ਸਾਡਾ ਜਿਹੜਾ ਅਸਲ ਸੱਚ ਹੈ, ਜਿਹਨੂੰ ਆਪਾਂ ਰਿਐਲਿਟੀ ਕਹਿੰਦੇ ਹਾਂ, ਜਿਹਨੂੰ ਆਪਾਂ ਹਾਲਾਤ ਕਹਿੰਦੇ ਆ, ਉਹਨੂੰ ਬਣਾਉਂਦੀ ਹੈਗੀ ਹੈ। ਸਾਡੀ ਭਾਸ਼ਾ ਦੇ ਵਿੱਚ ਕਿੱਦਾਂ ਦੇ ਅਸੀਂ ਸ਼ਬਦ ਇਸਤੇਮਾਲ ਕਰਦੇ ਆ, ਇਹਦੇ ਤੋਂ ਇਹ ਚੀਜ਼ ਪਤਾ ਲੱਗਦੀ ਹੈਗੀ ਹੈ ਕਿ ਅਸੀਂ ਕਿਹੋ ਜਿਹੇ ਵਿਚਾਰ ਸਾਡੇ ਅੰਦਰ ਜਿਹੜੇ ਹੈਗੇ ਆ ਉਹ ਰੈਗੂਲਰਲੀ ਚੱਲਦੇ। ਹਰ ਟਾਈਮ ਦੇ ਉੱਤੇ ਆਪਣੀ ਭਾਸ਼ਾ ਨੂੰ ਜੱਜ ਕਰੋਗੇ। ਜਦੋਂ ਮੈਂ ਕੋਈ ਪੋਜ਼ਿਟਿਵ ਗੱਲ ਕਰਦਾ ਮੈਂ ਕਿੱਦਾਂ ਬੋਲਦਾ, ਜਦੋਂ ਮੈਂ ਨੈਗੇਟਿਵ ਗੱਲ ਕਰਦਾ ਮੈਂ ਕਿੱਦਾਂ ਬੋਲਦਾ। ਜਿਵੇਂ ਕਿ ਹੋ ਸਕਦਾ ਤੁਹਾਨੂੰ ਕਿਤੇ ਪ੍ਰੋਬਲਮ ਆਈ ਹੋਵੇ ਜਾਂ ਤੁਸੀਂ ਕਿਸੇ ਚੀਜ਼ 'ਚ ਫੇਲ ਹੋਏ ਹੋਵੋ, ਤੇ ਤੁਹਾਡੇ ਜਦੋਂ ਤੁਸੀਂ ਕਿਸੇ ਨੂੰ ਦੱਸਦੇ ਹੋ ਤੁਸੀਂ ਕਿੱਦਾਂ ਦੱਸਦੇ ਹੋ? ਤੁਸੀਂ ਇਹ ਚੀਜ਼ ਦੱਸਦੇ ਹੋ ਕਿ ਮੈਂ ਇਹਦੇ 'ਚ ਫੇਲ ਹੋ ਗਿਆ, ਕਿ ਤੁਸੀਂ ਇਹ ਚੀਜ਼ ਦੱਸਦੇ ਹੈਗੇ ਹੋ ਕਿ ਮੈਂ ਇਹਦੇ ਵਿੱਚ ਬਹੁਤ ਅੱਛੇ ਟਰਾਈ ਮਾਰੀ ਸੀਗੀ ਪਰ ਮੈਂ ਇਹ 'ਚ ਸਕਸੀਡ ਨਹੀਂ ਹੋਇਆ, ਪਰ ਮੈਨੂੰ ਲੱਗਦਾ ਕਿ ਮੈਂ ਜੇ ਹੋਰ ਆਪਣੇ ਆਪ ਨੂੰ ਥੋੜਾ ਰਿਫਾਈਨ ਕਰਾਂ ਤਾਂ ਹੋ ਜਾਏਗੀ। ਸੋ ਤੁਹਾਡੀ ਭਾਸ਼ਾ ਦਾ ਸਾਰਾ ਖੇਲ ਹੈਗਾ। ਜੇ ਆਪਾਂ ਆਪਣੀ ਭਾਸ਼ਾ ਬਦਲ ਸਕਦੇ ਹਾਂ, ਬਹੁਤ ਸਾਰੇ ਇਦਾਂ ਦੇ ਦੁਨੀਆ 'ਚ ਫਿਲਾਸਫਰ ਹੈਗੇ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਜੇ ਇਨਸਾਨ ਆਪਣੀ ਭਾਸ਼ਾ ਬਦਲ ਸਕਦਾ, ਇਨਸਾਨ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ ਦੋਸਤੋ। ਤੇ ਦੂਜੀ ਚੀਜ਼, ਅਸੀਂ ਹਰ ਥਾਂ ਤੋਂ, ਹਰ ਧਰਮ ਤੋਂ, ਹਰ ਗੁਰੂ ਤੋਂ, ਸਾਰਿਆਂ ਤੋਂ ਇਹੀ ਸਿੱਖਦੇ ਨੇ, ਇਹੀ ਸੁਣਿਆ ਹੈ ਕਿ ਅਸੀਂ ਆਪਣੇ ਆਪ ਨੂੰ ਜਾਣਨਾ, ਕਿ ਅਸੀਂ ਆਪਣੇ ਆਪ ਨੂੰ ਜਾਣੀਏ। ਪਰ ਅਸੀਂ ਕੀ ਕਰਦੇ, ਅਸੀਂ ਆਪਣੇ ਆਪ ਦੇ ਔਗੁਣ ਹੀ ਜਾਣਦੇ ਹਾਂ, ਸਿਰਫ ਅਸੀਂ ਆਪਣੇ ਆਪ ਦੇ ਗੁਣ ਵੀ ਜਾਣਦੇ ਨੇ। ਇਹਦੇ ਲਈ ਉਹਨਾਂ ਬੜੀ ਅੱਛੀ ਐਕਸਰਸਾਈਜ਼ ਉਹਨਾਂ ਨੇ ਦੱਸੀ ਹੈਗੀ ਹੈ ਕਿ ਤੁਸੀਂ ਆਪਣੇ ਜਿਹੜੇ ਤੁਹਾਨੂੰ 3 ਗੁਣ ਲੱਗਦੇ ਨੇ, ਤੁਹਾਡੇ ਅੰਦਰ ਕੋਈ ਬਹੁਤ ਵਧੀਆ ਗੁਣ ਨੇ। ਤੁਸੀਂ ਅੱਛੇ ਕਮਿਊਨੀਕੇਟਰ ਹੋ ਸਕਦੇ ਹੈਗੇ ਹੋ, ਤੁਹਾਡੇ ਨਾਲ ਲੋਕੀ ਬਹੁਤ ਈਜ਼ੀਲੀ ਕੰਫਰਟੇਬਲ ਹੋ ਸਕਦੇ ਹੈਗੇ ਨੇ, ਤੁਸੀਂ ਪ੍ਰੋਬਲਮਸ ਬਹੁਤ ਈਜ਼ੀਲੀ ਸੋਲਵ ਕਰ ਸਕਦੇ ਹੈਗੇ ਹੋ। ਕੋਈ ਵੀ ਹੋ ਸਕਦਾ, ਤੁਸੀਂ ਸੇਲਸ ਅੱਛੇ ਹੋ ਸਕਦੇ ਹੈਗੇ ਹੋ, ਤੁਸੀਂ ਪੋਇਟਰੀ ਅੱਛੇ ਹੋ ਸਕਦੇ ਹੋ, ਕੋਈ ਵੀ ਗੁਣ ਤੁਹਾਡੇ ਅੰਦਰ ਹੋ ਸਕਦਾ। ਤੁਸੀਂ ਬਹੁਤ ਐਕਟਿਵ ਹੋ ਸਕਦੇ ਹੈਗੇ ਹੋ, ਕੁਝ ਵੀ ਹੋ ਸਕਦਾ ਹੈਗਾ, ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਹੋ ਸਕਦੀ ਹੈ, ਤੁਹਾਨੂੰ ਰੀਡਿੰਗ ਦੀ ਬਹੁਤ ਜ਼ਿਆਦਾ ਆ ਸਕਦੀ। ਕੋਈ ਵੀ ਗੁਣ ਜਿਹੜੇ ਤੁਹਾਡੇ ਅੰਦਰ ਹੈਗੇ ਨੇ, ਤੁਸੀਂ ਚੀਜ਼ਾਂ ਨੂੰ ਮਲਟੀਪਲ ਟਾਸਕ ਅੱਛੇ ਹੈਂਡਲ ਕਰ ਸਕਦੇ ਹੋ, ਤੁਸੀਂ ਟੀਮ ਨੂੰ ਲੀਡ ਕਰ ਸਕਦੇ ਹੋ। ਤੁਸੀਂ ਆਪਣੇ 3 ਇਹੋ ਜਿਹੇ ਗੁਣ ਲਿਖਣੇ ਨੇ ਜਿਹੜੇ ਤੁਹਾਡੇ ਅੰਦਰ, ਤੁਸੀਂ ਇਹ ਦੇਖਣਾ ਮੇਰੇ ਅੰਦਰ ਆਹ 3 ਕੁਆਲਿਟੀਜ਼ ਹੈਗੀਆਂ, ਤੇ ਤੁਸੀਂ ਏਦਾਂ ਦੇ ਬੰਦੇ ਦੇਖਦੇ ਨੇ ਜਿਹੜੇ ਬੰਦੇ ਉਸ ਕੁਆਲਿਟੀ ਤੋਂ ਬਿਨਾਂ ਵੀ ਲਾਈਫ 'ਚ ਕਾਮਯਾਬ ਨੇ। ਤਾਂ ਤੁਸੀਂ ਇਹ ਦੇਖਣਾ ਕਿ ਮੇਰੇ ਅੰਦਰ ਇੱਕ ਐਕਸਟਰਾ ਕੁਆਲਿਟੀ ਹੈਗੀ ਆ, ਜਿਹਦੇ ਕਾਰਨ ਮੈਂ ਆਪਣੀ ਲਾਈਫ ਦੇ ਵਿੱਚ ਹੋਰ ਕਾਮਯਾਬ ਹੋ ਸਕਦਾ, ਮੈਂ ਹੋਰ ਸਕਸੈਸ ਲੈ ਸਕਦਾ। ਸੋ ਵੋਕੈਬਲਰੀ, ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਤੇ ਯਕੀਨ ਕਰਨਾ, ਯਕੀਨ ਕਰਨ ਤੋਂ ਬਾਅਦ ਆਪਣੀ ਭਾਸ਼ਾ ਨੂੰ ਬਦਲਣਾ ਹੈ। ਆਪਣੀ ਭਾਸ਼ਾ ਦੇ ਵਿੱਚ ਨੈਗੇਟਿਵ ਵਰਡਸ ਬੰਦ ਕਰ ਦੇਣੇ। ਕਦੀ ਇਹ ਨਹੀਂ ਕਹਿਣਾ ਮੈਂ ਨਹੀਂ ਕਰ ਸਕਦਾ, ਹਮੇਸ਼ਾ ਕਹਿਣਾ ਮੈਂ ਕੋਸ਼ਿਸ਼ ਕਰਕੇ ਦੇਖਦਾ। ਕਦੀ ਇਹ ਨਹੀਂ ਕਹਿਣਾ ਮੈਂ ਫੇਲ ਹੋ ਗਿਆ, ਇਹ ਕਹਿਣਾ ਕਿ ਮੈਂ ਕੋਸ਼ਿਸ਼ ਕੀਤੀ ਸੀਗੀ, ਮੇਰੇ ਤੋਂ ਨਹੀਂ ਹੋਇਆ, ਪਰ ਮੈਂ ਸਿੱਖ ਕੇ ਫੇਰ ਤੋਂ ਕਰ ਸਕਦਾ ਹੈਗਾ। ਕਦੀ ਵੀ ਨੈਗੇਟਿਵ ਵਰਡ ਨਹੀਂ ਵਰਤਣੇ ਹੈਗੇ, ਤੇ ਜਦੋਂ ਪੋਜ਼ਿਟਿਵ ਵਰਡ ਵਰਤਣੇ ਹੈਗੇ ਆ, ਉਹਨਾਂ ਦੇ ਅੱਗੇ ਇਦਾਂ ਦੇ ਅੱਖਰ ਲਾਣੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਕਈ ਗੁਣਾ ਤੱਕ ਕੀਤਾ ਜਾ ਸਕੇ। ਜਿਵੇਂ ਕਿ ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗੀ ਕਿਸੇ ਦੀ, ਤੇ ਆਪਾਂ ਕਹਿ ਸਕਦੇ ਮੈਨੂੰ ਬਹੁਤ ਚੰਗੀ ਲੱਗੀ। ਬਹੁਤ ਦੇਰ ਕਿਉਂ, ਕੀ ਹੋ ਗਿਆ? ਜੇ ਤੁਹਾਨੂੰ ਕਿਸੇ ਦੀ ਸਮਾਈਲ ਅੱਛੀ ਲੱਗੀ, ਤੁਸੀਂ ਇਹ ਕਹਿਣਾ ਯਾਰ ਤੇਰੀ ਸਮਾਈਲ ਤਾਂ ਬਹੁਤ ਸੋਹਣੀ ਹੈਗੀ ਹੈ। ਸੋ ਆਪਾਂ ਕੰਪਲੀਮੈਂਟਸ ਦੇਣੇ ਨੇ, ਕੰਪਲੀਮੈਂਟਸ ਰਿਸੀਵ ਕਰਨੇ ਨੇ, ਕਿ ਹਮੇਸ਼ਾ ਪੋਜ਼ਿਟਿਵ ਵੋਕੈਬਲਰੀ ਯੂਜ਼ ਕਰਨੀ ਹੈ। ਪੋਜ਼ਿਟਿਵ ਵੋਕੈਬਲਰੀ ਨਾਲ ਹੋਏਗਾ ਕਿ ਜਦੋਂ ਤੁਹਾਡੀ ਲਾਈਫ 'ਚ ਕੋਈ ਪ੍ਰੋਬਲਮ ਆਏਗੀ, ਤੁਹਾਨੂੰ ਅੱਛੀ ਓਪਰਚੁਨਿਟੀ ਦਿਖਣ ਲੱਗ ਪਏਗੀ। ਕਿਉਂਕਿ ਹਰ ਚੀਜ਼ ਔਰ ਪ੍ਰੋਬਲਮ ਦੇ ਨਾਲ ਇੱਕ ਓਪਰਚੁਨਿਟੀ ਆਣੀ ਹੈ। ਕਰੋਨਾ ਵਾਇਰਸ ਇੱਕ ਪ੍ਰੋਬਲਮ ਆ ਗਈ, ਜ਼ੂਮ ਨੇ ਉਹਨੂੰ ਓਪਰਚੁਨਿਟੀ ਬਣਾਤਾ। ਲੋਕੀ ਕਹਿੰਦੇ ਸੀ ਫਿਜ਼ੀਕਲ ਬਿਜ਼ਨਸ ਨਹੀਂ ਕੀਤਾ ਜਾ ਰਿਹਾ, ਕਈਆਂ ਨੇ ਉਹਨੂੰ ਓਪਰਚੁਨਿਟੀ ਬਣਾਤਾ ਕਿ ਫਿਜ਼ੀਕਲ ਬਿਜ਼ਨਸ ਦੀ ਲੋੜ ਹੀ ਨਹੀਂ ਹੈਗੀ, ਇੰਡੀਆ 'ਚ ਕਿਤੇ ਵੀ ਬਿਜ਼ਨਸ ਕਰ ਸਕਦੇ ਹੈਗੇ ਹੋ ਤੁਸੀਂ। ਕਈ ਬੰਦੇ ਕਹਿੰਦੇ ਸੀਗੇ ਕਿ ਯਾਰ ਜਦੋਂ ਤੱਕ ਕਰੋਨਾ ਵਾਇਰਸ ਨਹੀਂ ਜਾਏਗਾ ਉਦੋਂ ਤੱਕ ਕੋਈ ਬਿਜ਼ਨਸ ਨਹੀਂ ਚੱਲੇਗਾ। ਕਈ ਬੰਦੇ ਉਸ ਟਾਈਮ 'ਚ ਆਪਣਾ ਬਿਜ਼ਨਸ ਆਨਲਾਈਨ ਲੈ ਕੇ ਆ ਗਏ, ਤੇ ਉਹਨਾਂ ਨੇ ਉਹ ਹਜੇ ਤੱਕ ਕੰਪੀਟੀਸ਼ਨ ਐਸਟੈਬਲਿਸ਼ ਹੀ ਨਹੀਂ ਕੀਤਾ ਤੇ ਸਾਰੀ ਮਾਰਕੀਟ ਕੈਪਚਰ ਕਰ ਲਈ। ਸੋ ਉਹੀ ਪ੍ਰੋਬਲਮ ਨੂੰ ਅਸੀਂ ਓਪਰਚੁਨਿਟੀ ਬਣਾਤਾ। ਤੇ ਉਸ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਕਿ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਉਸ ਕੰਮ ਦੀ ਵਾਈ ਨੂੰ ਐਸਟੈਬਲਿਸ਼ ਕਰਨਾ ਤੇ ਵਾਈ ਨੂੰ ਸ਼ੇਅਰ ਕਰਨਾ। ਜਿਵੇਂ ਜੇ ਮੈਂ ਆਈਫੋਨ ਦੀ ਐਗਜ਼ਾਮਪਲ ਲਵਾਂ, ਆਈਫੋਨ ਦੇ ਜਿਹੜੇ ਫਾਊਂਡਰ ਸੀਗੇ ਸਟੀਵ ਜੌਬਸ, ਉਹ ਕਦੀ ਵੀ ਇਹ ਨਹੀਂ ਕਹਿੰਦੇ ਸੀਗੇ, ਐਪਲ ਕੰਪਨੀ ਦੇ ਫਾਊਂਡਰ ਸਟੀਵ ਜੌਬਸ ਕਦੀ ਵੀ ਇਹ ਨਹੀਂ ਕਹਿੰਦੇ ਸੀਗੇ ਕਿ ਅਸੀਂ ਕੰਪਿਊਟਰ ਵੇਚਦੇ ਆ, ਜਾਂ ਅਸੀਂ ਟੈਕਨੋਲੋਜੀ ਵੇਚਦੇ ਆ, ਜਾਂ ਅਸੀਂ ਫੋਨ ਵੇਚਦੇ ਆ। ਉਹ ਹਮੇਸ਼ਾ ਇਹ ਕਹਿੰਦੇ ਸੀਗੇ ਕਿ ਅਸੀਂ ਰੈਵੋਲੂਸ਼ਨ ਸੈਲ ਕਰ ਰਹੇ ਆ। ਕਿੱਦਾਂ ਰੈਵੋਲੂਸ਼ਨ ਸੈਲ ਕਰ ਰਹੇ ਆ? ਕਿ ਜਦੋਂ ਦੁਨੀਆ ਦੇ ਇੱਕ ਬੰਦੇ ਦੇ ਹੱਥ ਦੇ ਵਿੱਚ ਆਪਣਾ ਪਰਸਨਲ ਕੰਪਿਊਟਰ ਆ ਜਾਏਗਾ, ਉਹ ਕੋਈ ਇੰਨੀ ਤਾਕਤ ਆ ਜਾਏਗੀ, ਤੁਸੀਂ ਸੋਚੋ ਦੁਨੀਆ 'ਚ ਕੀ ਬਦਲਾਵ ਕਰ ਸਕਦਾ। ਸੋ ਵੀ ਆਰ ਨਾਟ ਸੈਲਿੰਗ ਟੈਕਨੋਲੋਜੀ, ਵੀ ਆਰ ਸੈਲਿੰਗ ਰੈਵੋਲੂਸ਼ਨ। ਗੱਲ ਉਹੀ ਹੈ, ਕੋਈ ਬੰਦਾ ਫੋਨ ਹੀ ਵੇਚ ਰਿਹਾ ਪਰ ਉਹਦੀ ਭਾਵਨਾ ਕਿ ਮੈਂ ਰੈਵੋਲੂਸ਼ਨ ਸੈਲ ਕਰ ਰਿਹਾ। ਸਟਾਰਬਕਸ ਦੇ ਓਨਰ ਹੈਗੇ ਦੁਨੀਆ ਦੀ ਸਭ ਤੋਂ ਵੱਡੀ ਕਾਫੀ ਚੇਨ, ਉਹ ਕਹਿੰਦੇ ਮੈਂ ਕਾਫੀ ਨਹੀਂ ਵੇਚ ਰਿਹਾ, ਮੈਂ ਲੋਕਾਂ ਦੇ ਨੂੰ ਇੱਕ ਇਹੋ ਜਿਹੀ ਥਾਂ ਬਣਾ ਕੇ ਦਿੱਤੀ ਹੈ ਜਿੱਥੇ ਲੋਕੀ ਆ ਕੇ ਘਰ ਵਾਂਗ ਫੀਲ ਕਰਦੇ।
ਸੋ ਜਦੋਂ ਤੁਸੀਂ ਕੋਈ ਚੀਜ਼ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਕਰ ਰਹੇ ਹੈਗੇ ਹੋ, ਤੁਸੀਂ ਕੀ ਪ੍ਰੈਜ਼ੈਂਟ ਕਰ ਰਹੇ ਹੋ? ਮੈਂ ਕਿਤਾਬ ਨਹੀਂ ਵੇਚ ਰਿਹਾ, ਮੈਂ ਦੁਨੀਆ ਦਾ ਆਉਣ ਵਾਲਾ ਨਕਸ਼ਾ ਸਿਰਜ ਰਿਹਾ, ਮੈਂ ਇਹ ਮੀਟਿੰਗ ਨਹੀਂ ਕਰ ਰਿਹਾ ਹੈਗਾ, ਮੈਂ ਆਉਣ ਵਾਲੇ ਉਹ ਬੰਦੇ ਪੈਦਾ ਕਰ ਰਿਹਾ, ਮੈਂ ਉਹ ਬੰਦੇ ਘੜ ਰਿਹਾ ਹੈਗਾ ਜਿਨ੍ਹਾਂ ਨੇ ਸਾਡੇ ਦੇਸ਼ ਦੀ ਇਕਨੋਮੀ ਨੂੰ ਅੱਗੇ ਲੈ ਕੇ ਜਾਣਾ ਹੈਗਾ। ਤੁਸੀਂ ਕਿਸ ਮਾਈਂਡਸੈਟ ਦੇ ਨਾਲ ਆਪਣੇ ਕੰਮ ਨੂੰ ਕਰ ਰਹੇ ਹੈਗੇ? ਮੈਂ ਇਹ ਨਹੀਂ ਕਰ ਰਿਹਾ ਕਿ ਮੈਂ ਹੁਣ ਬਹੁਤ ਜ਼ਿਆਦਾ ਨਾਰਮਲੀ ਐਗਜ਼ਾਮਪਲ ਲਿਆ ਜਾਂਦਾ ਹੈ ਕਿ ਇੱਕ ਮਜ਼ਦੂਰ ਆ, ਉਹ ਕਹਿੰਦਾ ਹੈ ਕਿ ਮੈਂ ਕੀ ਕਰ ਰਿਹਾ, ਮੈਂ ਦੀਵਾਰ ਬਣਾ ਰਿਹਾ, ਤੇ ਇੱਕ ਮਜ਼ਦੂਰ ਆ, ਉਹ ਕਹਿੰਦਾ ਕਿ ਮੈਂ ਰੱਬ ਦਾ ਘਰ ਬਣਾ ਰਿਹਾ। ਬਿਲਕੁਲ ਇਹੀ ਫਰਕ ਹੈਗਾ ਤੁਹਾਡੀ ਜ਼ਿੰਦਗੀ ਦੇ ਵਿੱਚ, ਕੁਝ ਵੱਡਾ ਹੋਣ ਦੇ ਵਿੱਚ ਤੇ ਕੁਝ ਨਾ ਵੱਡਾ ਹੋਣ ਦੇ ਵਿੱਚ, ਕਿ ਤੁਸੀਂ ਸਿਰਫ ਇਹ ਸੋਚਣਾ ਹੈਗਾ ਕਿ ਮੈਂ ਕਰ ਕਿਉਂ ਰਿਹਾ, ਤੇ ਉਸ ਚੀਜ਼ ਨੂੰ ਆਪਣਾ ਲਕਸ਼ਯ ਬਣਾਉਣਾ। ਤੇ ਉਸ ਤੋਂ ਬਾਅਦ ਲਾਸਟ ਤੇ ਇੰਪੋਰਟੈਂਟ ਚੀਜ਼ ਸਭ ਤੋਂ, ਕਿ ਛੋਟੀਆਂ ਚੀਜ਼ਾਂ ਤੇ ਧਿਆਨ ਨਹੀਂ ਦੇਣਾ ਦੋਸਤੋ। ਕਈ ਲੋਕ ਬਹੁਤ ਛੋਟੀਆਂ ਚੀਜ਼ਾਂ ਤੇ ਧਿਆਨ ਦਿੰਦੇ ਨੇ, ਜਿਹਦੇ ਕਾਰਨ ਉਹ ਪਿੱਛੇ ਰਹਿ ਜਾਂਦੇ ਨੇ। ਇਹ ਜ਼ਿਆਦਾਤਰ ਜਦੋਂ ਆਪਾਂ ਵੱਡੀ ਗੇਮਾਂ 'ਚ ਜਾਂਦੇ ਹਾਂ, ਜਦੋਂ ਆਪਾਂ ਵੱਡਾ ਸੋਚਣਾ ਸ਼ੁਰੂ ਕਰਦੇ ਹਾਂ ਦੋਸਤੋ, ਛੋਟੀਆਂ ਮੋਟੀਆਂ ਚੀਜ਼ਾਂ ਨੂੰ ਅਣਗਹਿਲਾ ਕਰਨਾ ਪੈਂਦਾ ਹੈਗਾ। ਜੇ ਹੁਣ ਮੈਂ ਗੱਲ ਕਰਾਂ ਮੁਕੇਸ਼ ਅੰਬਾਨੀ ਦੀ, ਤੇ ਕੀ ਮੁਕੇਸ਼ ਅੰਬਾਨੀ ਇਹ ਸੋਚ ਸਕਦਾ ਹੈਗਾ ਕਿ ਯਾਰ ਮੇਰੇ ਘਰੇ ਰੈਨੋਵੇਸ਼ਨ ਚੱਲਦੀ ਪਈ ਸੀਗੀ, ਮਿਸਤਰੀ ਜਿਹੜਾ ਪਰਚੀ ਨਹੀਂ ਲੈ ਕੇ ਆਇਆ? ਜਾਂ ਐਪਲ ਦਾ ਓਨਰ ਜਿਹੜਾ ਹੈਗਾ ਉਹ ਇਹ ਸੋਚ ਸਕਦਾ ਹੈਗਾ ਕਿ ਯਾਰ ਇਹ ਤਾਂ 10 ਫੋਨ ਸਾਡੇ ਖਰਾਬ ਹੋ ਗਏ, ਤਾਂ 10 ਫੋਨਾਂ ਦਾ ਆਪਾਂ ਨੂੰ ਰਿਪਲੇਸ ਕਰਨਾ ਪੈਣਾ, ਆਪਾਂ ਨੂੰ ਬੜਾ ਨੁਕਸਾਨ ਹੋ ਗਿਆ। ਜਦੋਂ ਆਪਾਂ ਵੱਡੀ ਚੀਜ਼ਾਂ ਸੋਚਣਾ ਸ਼ੁਰੂ ਕਰਦੇ ਹਾਂ ਦੋਸਤੋ, ਛੋਟੀਆਂ ਚੀਜ਼ਾਂ ਇਗਨੋਰ ਕਰਨੀਆਂ ਪੈਂਦੀਆਂ ਨੇ ਜਾਂ ਆਪਣੇ ਆਪ ਇਗਨੋਰ ਹੋ ਜਾਂਦੀਆਂ ਨੇ। ਜਦੋਂ ਆਪਾਂ ਵੱਡਾ ਸੋਚਾਂਗੇ, ਜਦੋਂ ਸਾਡਾ ਮਾਈਂਡ ਦਾ ਹੋਰੀਜ਼ਨ ਵੱਡਾ ਹੋਏਗਾ, ਤੇ ਛੋਟੀਆਂ ਮੋਟੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ, ਐਡਜਸਟਮੈਂਟਸ, ਡਿਸਕੰਫਰਟ ਜਿਹੜਾ ਹੈਗਾ, ਇਨਵੈਸਟਮੈਂਟ ਜਿਹੜੀਆਂ ਹੈਗੀਆਂ, ਉਹ ਚੁੱਭਣਗੀਆਂ ਨਹੀਂ। ਪਰ ਜਦੋਂ ਆਪਾਂ ਛੋਟਾ ਸੋਚਾਂਗੇ, ਉਦੋਂ ਆਪਾਂ ਨੂੰ ਇੱਕ ਮਿੰਟ ਦੀ ਚੀਜ਼ ਚੁੱਭੇਗੀ। ਪਰ ਜੇ ਆਪਾਂ ਵੱਡਾ ਸੋਚਾਂਗੇ ਤਾਂ ਆਪਾਂ ਵੱਡਾ ਪਾਵਾਂਗੇ, ਜੇ ਆਪਾਂ ਛੋਟਾ ਸੋਚਾਂਗੇ ਆਪਾਂ ਵੱਡਾ ਗਵਾਵਾਂਗੇ। ਇਸ ਕਰਕੇ ਆਪਾਂ ਵੱਡਾ ਸੋਚਣਾ ਹੈ। ਤਾਂ ਹੀ ਇਹ ਕਿਹਾ ਜਾਂਦਾ ਵੱਡੀ ਸੋਚ ਦਾ ਵੱਡਾ ਜਾਦੂ। ਇਹ ਨਹੀਂ ਕਿਹਾ ਜਾਂਦਾ ਛੋਟੀ ਸੋਚ ਦਾ ਛੋਟਾ ਜਾਦੂ, ਕਿਉਂਕਿ ਛੋਟੀ ਸੋਚ ਦਾ ਜਾਦੂ ਨਹੀਂ ਹੁੰਦਾ, ਛੋਟੀ ਸੋਚ ਦਾ ਨੁਕਸਾਨ ਹੁੰਦਾ। ਸੋ ਦੋਸਤੋ, ਅੱਜ ਆਪਾਂ ਜਿਹੜੀਆਂ ਚੀਜ਼ਾਂ ਤੇ ਗੱਲ ਕੀਤੀ, ਮੈਂ ਰਿਵਾਈਜ਼ ਕਰਵਾ ਦਿੰਦਾ। ਸਭ ਤੋਂ ਪਹਿਲਾਂ ਆਪਾਂ ਇੱਕ ਗੱਲ ਕੀਤੀ ਹੈਗੀ ਹੈ ਇਸ ਚੀਜ਼ ਦੇ ਉੱਤੇ ਕਿ ਆਪਾਂ ਆਪਣੇ ਆਪ ਨੂੰ ਘੱਟ ਨਹੀਂ ਤੋਲਣਾ, ਆਪਾਂ ਆਪਣੇ ਬਾਰੇ ਕੀ ਸੋਚਦੇ ਹੈਗੇ ਉਹਨੂੰ ਵੱਡਾ ਕਰਨਾ। ਆਪਣੇ ਗੁਣ ਲਿਖਣੇ ਨੇ, 3 ਗੁਣ ਇਹੋ ਜਿਹੇ ਲਿਖਣੇ ਨੇ ਜਿਹੜੇ ਆਪਣੇ ਕੋਲ ਆਪਾਂ ਨੂੰ ਲੱਗਦਾ ਆਪਣੇ ਐਸੈਟ ਹੈਗੇ ਨੇ। ਸੈਕਿੰਡ, ਆਪਣੀ ਭਾਸ਼ਾ ਦੇ ਉੱਤੇ ਕੰਮ ਕਰਨਾ ਹੈ, ਨੈਗੇਟਿਵ ਭਾਸ਼ਾ ਨਹੀਂ ਵਰਤਣੀ, ਹਰ ਪ੍ਰੋਬਲਮ ਨੂੰ ਓਪਰਚੁਨਿਟੀ ਬੋਲ ਕੇ ਗੱਲ ਕਰਦੀ ਹੈ, ਕਦੇ ਵੀ ਪ੍ਰੋਬਲਮ ਨਹੀਂ ਦੇਖਣੀ ਹੈਗੀ। ਚੌਥੀ ਗੱਲ, ਜਦੋਂ ਵੀ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ ਉਹਦੀ ਵਾਈ ਨੂੰ ਐਸਟੈਬਲਿਸ਼ ਕਰਨਾ ਹੈ ਤੇ ਵਾਈ ਨੂੰ ਸ਼ੇਅਰ ਕਰਨਾ ਹੈ। ਇਹ ਨਹੀਂ ਸੋਚਣਾ ਕਿ ਮੈਂ ਇਹ ਪ੍ਰੋਡਕਟ ਵੇਚ ਰਿਹਾ, ਇਹ ਨਹੀਂ ਸੋਚਣਾ ਮੈਂ ਸਰਵਿਸ ਦੇ ਰਿਹਾ। ਇਹ ਦੇਖਣਾ ਹੈਗਾ ਇਹ ਸਰਵਿਸ ਬਦਲਾਵ ਕੀ ਕਰ ਸਕਦੀ ਹੈ, ਪ੍ਰੋਡਕਟ ਬਦਲਾਵ ਕੀ ਕਰ ਸਕਦਾ ਹੈ, ਦੁਨੀਆ 'ਚ ਬਦਲਾਵ ਕੀ ਪੇਸ਼ ਹੋ ਸਕਦਾ ਹੈਗਾ। ਤੇ ਲਾਸਟ ਚੀਜ਼, ਛੋਟੀਆਂ ਚੀਜ਼ਾਂ ਨੂੰ ਇਗਨੋਰ ਕਰਾਂਗੇ, ਵੱਡੀਆਂ ਚੀਜ਼ਾਂ ਦੇ ਨਾਲ ਕੰਮ ਕਰਾਂਗੇ ਤਾਂ ਹੀ ਗੱਲ ਬਣੇਗੀ। ਹਾਂ, ਛੋਟੀਆਂ ਚੀਜ਼ਾਂ ਜਿਹੜਾ ਡਿਸਕੰਫਰਟ ਹੈ ਉਹ ਇਗਨੋਰ ਕਰਨ ਦੀ ਗੱਲ ਕਰ ਰਹੇ ਹਾਂ, ਛੋਟੀਆਂ ਆਦਤਾਂ ਇਗਨੋਰ ਕਰਨੀ, ਕਿਉਂਕਿ ਛੋਟੀਆਂ ਆਦਤਾਂ ਨੇ ਵੱਡੀਆਂ ਆਦਤਾਂ ਨੂੰ ਬਣਾਉਣਾ ਹੈਗਾ। ਸੋ ਦੋਸਤੋ, ਇਹ ਮੇਰੇ ਵੱਲੋਂ ਤੁਹਾਡੇ ਨਾਲ ਸਾਰਿਆਂ ਦੇ ਨਾਲ ਕੁਝ ਜਿਹੜਾ ਆਥਰ ਨੇ ਕਹਿਣਾ ਚਾਹਿਆ ਉਹਦਾ ਮੈਂ ਕੋਲੈਬੋਰੇਟ ਉਹਦੇ ਵਿੱਚ ਕੁਝ ਪੁਆਇੰਟਸ ਉਹਦੇ ਵਿੱਚੋਂ ਚੱਕੇ ਨੇ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ। ਮੈਂ ਹੋਪ ਕਰਦਾ ਕਿ ਤੁਹਾਨੂੰ ਇਹਨਾਂ ਪੁਆਇੰਟਸ ਨੂੰ ਆਪਣੀ ਲਾਈਫ ਦੇ ਵਿੱਚ ਯੂਜ਼ ਕਰਨ ਦੇ ਨਾਲ ਕੁਝ ਪੋਜ਼ਿਟਿਵ ਇੰਪੈਕਟ ਹੋਏਗਾ। ਬਾਕੀ ਇਸ ਕਿਤਾਬ ਨੂੰ ਥੋਰਲੀ ਪੜੋ, ਬਾਰ-ਬਾਰ ਪੜੋ, ਕਿਉਂਕਿ ਇਸ ਕਿਤਾਬ ਦੇ ਵਿੱਚ ਇਹੋ ਜਿਹਾ ਜਾਦੂ ਹੈ ਕਿ ਤੁਹਾਡੀ ਜ਼ਿੰਦਗੀ ਨੂੰ ਇੱਥੋਂ ਚੱਕ ਕੇ ਇੱਥੇ ਲੈ ਕੇ ਜਾ ਸਕਦਾ। ਸੋ ਥੈਂਕ ਯੂ ਸੋ ਮਚ ਐਂਡ ਥੈਂਕ ਯੂ ਫॉर ਬੀਇੰਗ ਦ ਲਵਲੀ ਆਡੀਅנס। ਵੈਰੀ ਗੁੱਡ, ਥੈਂਕ ਯੂ ਅਮਨਜੋਤ, ਤੁਸੀਂ ਸਾਨੂੰ ਸਮਾਂ ਦਿੱਤਾ ਔਰ ਬਹੁਤ ਹੀ ਡਿਟੇਲ ਦੇ ਵਿੱਚ ਅਮਨਜੋਤ ਨੇ ਗੱਲਬਾਤ ਕੀਤੀ ਹੈ। ਦੋਸਤੋ, ਇੱਕ ਬੁੱਕ ਹੈਗੀ ਆ, ਇਹਦੇ ਵਿੱਚ ਡਿਟੇਲਸ ਹੈਗੀਆਂ। ਜਦੋਂ ਤੁਸੀਂ ਖੁਦ ਇਸ ਬੁੱਕ ਨੂੰ ਰੀਡ ਕਰੋਗੇ ਤਾਂ ਤੁਹਾਨੂੰ ਫਰਕ ਨਜ਼ਰ ਆਏਗਾ ਕਿ ਜਿਹੜੀਆਂ ਚੀਜ਼ਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਹੋਰ ਡਿਟੇਲ ਦੇ ਵਿੱਚ ਆਪਾਂ ਨੂੰ ਸਮਝਣ ਦਾ ਮੌਕਾ ਮਿਲੇਗਾ। ਇਸ ਪਲੇਟਫਾਰਮ ਦਾ ਮਤਲਬ ਇਹ ਹੈਗਾ ਕਿ ਜ਼ਿਆਦਾ ਤੋਂ ਜ਼ਿਆਦਾ ਰੀਡਰਸ ਜਦੋਂ ਆਪਾਂ ਪੈਦਾ ਕਰਾਂਗੇ ਤਾਂ ਨੈਚੁਰਲੀ ਗੱਲ ਆ ਉਹ ਲੀਡਰਸ ਵੀ ਬਣ ਜਾਣਗੇ, ਉਹ ਅੱਗੇ ਵੀ ਆਉਣਾ ਸ਼ੁਰੂ ਹੋ ਜਾਣਗੇ, ਉਹ ਆਪਣੀ ਜ਼ਿੰਦਗੀ ਨੂੰ ਬਦਲਣ ਵਾਸਤੇ ਅੱਗੇ ਆਉਣਾ ਸ਼ੁਰੂ ਹੋ ਜਾਣਗੇ। ਤਾਂ ਸੈਕੰਡ ਚੈਪਟਰ ਵਾਸਤੇ ਸੈਕੰਡ ਚੈਪਟਰ ਹੈਗਾ ਜੀ, ਬਹੁਤ ਹੀ ਡਿਟੇਲ ਦੇ ਵਿੱਚ ਗੱਲ ਅਮਨਜੋਤ ਨੇ ਕੀਤੀ ਹੈ। ਸੈਕੰਡ ਚੈਪਟਰ 5th ਹੈਗਾ ਰਚਨਾਤਮਕ ਤਰੀਕਿਆਂ ਨਾਲ ਕਿਵੇਂ ਸੋਚੀਏ ਤੇ ਡ੍ਰੀਮਸ ਆਪਣੇ ਕਿਵੇਂ ਵੇਖੀਏ, ਕਿਵੇਂ ਕ੍ਰੀਏਟਿਵ ਜ਼ੋਨ ਦੇ ਵਿੱਚ ਰਹੀਏ, ਆਪਾਂ ਕਿਵੇਂ ਦਿਮਾਗ ਦੇ ਵਿੱਚ ਆਪਾਂ ਪੋਸਿਬਿਲਿਟੀਜ਼ ਦੇ ਉੱਤੇ ਫੋਕਸ ਕਰਨਾ। ਤਾਂ ਉਹਦੇ ਬਾਰੇ ਗੱਲਬਾਤ ਕਰਨਗੇ ਮਿਸਿਸ ਬਲਜੀਤ ਕੌਰ। ਤਾਂ ਆਪਾਂ ਇਹਨਾਂ ਨੂੰ ਸੁਣਦੇ ਹਾਂ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਬਲਜੀਤ ਕੌਰ ਹੈ ਔਰ ਮੈਂ ਕੰਪਿਊਟਰ ਇੰਜੀਨੀਅਰ ਹਾਂ ਬਾਏ ਪ੍ਰੋਫੈਸ਼ਨ। ਅੱਜ ਆਪਾਂ ਜਿਹੜੀ ਇਹ ਬੁੱਕ ਦੀ ਗੱਲ ਕਰ ਰਹੇ ਹਾਂ, ਅਸੀਂ ਇਹ ਬੁੱਕ ਕਾਫੀ ਦੇਰ ਤੋਂ
ਪੜ੍ਹ ਰਹੇ ਆ, ਬੜੇ ਐਜੂਕੇਸ਼ਨ ਸਿਸਟਮ ਨਾਲ ਜੁੜੇ ਹੋਏ ਆ, ਔਰ ਜਿਹਦੇ ਵਿੱਚ ਇਹ ਪ੍ਰੈਕਟੀਕਲੀ ਜਿਹੜੀਆਂ ਇਹ ਬੁੱਕਸ ਨੂੰ ਅਪਲਾਈ ਕਰਕੇ ਅਸੀਂ ਆਪਣੀ ਲਾਈਫ ਦੇਖ ਰਹੇ ਹਾਂ, ਔਰ ਬਹੁਤ ਹੀ ਵੰਡਰਫੁਲ ਐਕਸਪੀਰੀਅੰਸ ਨੇ। ਮਤਲਬ ਜ਼ਿੰਦਗੀ ਜਿਉਣਾ ਇੱਕ ਸੌਖਾ ਹੋ ਜਾਂਦਾ ਹੈ ਅਗਰ ਅਸੀਂ ਇਹਨਾਂ ਕਿਤਾਬਾਂ ਦੇ ਵਿੱਚੋਂ ਇੱਕ ਇੱਕ ਕਰਕੇ ਕੋਈ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰ ਲਈਏ। ਬਹੁਤ ਅੱਛੀਆਂ ਗੱਲਾਂ ਅਮਨਜੋਤ ਨੇ ਦੱਸੀਆਂ ਨੇ, ਔਰ ਆਪਾਂ ਬੇਸ਼ੱਕ ਆਪਾਂ ਇਸ ਤਰ੍ਹਾਂ ਫੋਕਸ ਕਰੀਏ ਕਿ ਡੇਲੀ ਇੱਕ ਹੈਬਿਟ ਨੂੰ ਥੋੜਾ ਥੋੜਾ ਕਰਕੇ ਚੇਂਜ ਕਰਨ ਦੀ ਕੋਸ਼ਿਸ਼ ਕਰੀਏ। ਕੋਈ ਵੀ ਚੇਂਜ ਜਿਹੜਾ ਹੈਗਾ ਉਹ ਇੱਕਦਮ ਨਹੀਂ ਆਉਂਦਾ ਹੁੰਦਾ। ਅਗਰ ਆਪਾਂ ਇਹ ਸੋਚੀਏ ਕਿ ਕੱਲ ਤੋਂ ਹੀ ਸਾਰਾ ਕੁਝ ਚੇਂਜ ਹੋ ਜਾਏਗਾ ਔਰ ਆਪਾਂ ਸਾਰਾ ਸਕੇਜੂਲ ਚੇਂਜ ਕਰ ਦਈਏ, ਕੋਈ ਵੀ ਜਿਹੜਾ ਚੇਂਜ ਹੁੰਦਾ ਜਦੋਂ ਅਸੀਂ ਜ਼ਿਆਦਾ ਕੁਝ ਚੇਂਜ ਕਰਦੇ ਹਾਂ ਤਾਂ ਉਹਨੂੰ ਬਹੁਤੀ ਦੇਰ ਕੰਟੀਨਿਊ ਨਹੀਂ ਰੱਖਦੇ। ਇਸ ਕਰਕੇ ਥੋੜਾ ਬਦਲਾਵ ਅਗਰ ਡੇਲੀ ਕਰਾਂਗੇ ਤਾਂ ਬਾਕੀ ਜ਼ਿੰਦਗੀ ਦੇ ਵਿੱਚ ਇੱਕ ਸਿਗਨੀਫੀਕੈਂਟ ਚੇਂਜ ਆ ਸਕਦਾ ਹੈ। ਸੋ ਇਹ ਜਿਹੜਾ ਚੈਪਟਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕ੍ਰੀਏਟਿਵ ਕਿੱਦਾਂ ਸੋਚੀਏ, ਆਪਣੀ ਸੋਚ ਨੂੰ ਕ੍ਰੀਏਟਿਵ ਕਿੱਦਾਂ ਬਣਾਈਏ। ਸਭ ਤੋਂ ਪਹਿਲਾਂ ਗੱਲ ਤਾਂ ਇਹ ਹੈ ਕਿ ਕ੍ਰੀਏਟਿਵ ਸੋਚ ਹੁੰਦੀ ਕੀ ਹੈ। ਆਮ ਕਰਕੇ ਆਪਾਂ ਇਹ ਸੋਚਦੇ ਹਾਂ ਸ਼ਾਇਦ ਕੁਝ ਨਵਾਂ ਖੋਜਣਾ, ਹਨਾ, ਕੋਈ ਨਵੀਂ ਇਨਵੈਂਸ਼ਨ ਹੋਣਾ, ਸਾਇੰਸ ਜਾਂ ਇੰਜੀਨੀਅਰਿੰਗ ਜਾਂ ਟੈਕਨੋਲੋਜੀ ਜਾਂ ਮੈਡੀਕਲ ਸਾਇੰਸ, ਇਹਦੇ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਹੋ ਰਹੀਆਂ ਨੇ ਸ਼ਾਇਦ ਉਹੀ ਕ੍ਰੀਏਟਿਵਿਟੀ। ਬਟ ਨਹੀਂ, ਇਹ ਆਥਰ ਨੇ ਇਹ ਚੀਜ਼ ਸਮਝਾਈ ਹੈ ਇਸ ਚੈਪਟਰ ਦੇ ਵਿੱਚ ਕਿ ਕਿਸੇ ਵੀ ਕੰਮ ਨੂੰ, ਜਿਹੜੇ ਅਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹਾਂ, ਕਿਸੇ ਵੀ ਕੰਮ ਨੂੰ ਬਿਹਤਰ ਕਰਨ ਦਾ ਤਰੀਕਾ ਲੱਭਣ ਨੂੰ ਹੀ ਕ੍ਰੀਏਟਿਵਿਟੀ, ਕਿ ਅਸੀਂ ਆਪਣੇ ਛੋਟੇ ਕੰਮਾਂ ਨੂੰ ਵੀ ਕ੍ਰੀਏਟਿਵ ਬਣਾ ਸਕਦੇ ਹਾਂ। ਸਪੋਜ਼ ਆਪਾਂ ਕਿਚਨ ਦਾ ਕੰਮ ਕਰਦੇ ਹਾਂ ਤਾਂ ਕਿਚਨ ਦੇ ਕੰਮ ਨੂੰ ਵੀ ਅਸੀਂ ਕ੍ਰੀਏਟਿਵ ਬਣਾ ਸਕਦੇ ਹਾਂ ਕਿ ਉਹ ਵਧੀਆ ਰੂਟੀਨ ਦਾ ਕੰਮ ਨਾ ਹੋਵੇ, ਹਰ ਰੋਜ਼ ਕੁਛ ਨਵਾਂ। ਈਵਨ ਖਾਣਾ ਪਰੋਸਣ ਦੇ ਤਰੀਕੇ ਵੀ ਨਵੇਂ ਹੋ ਸਕਦੇ ਨੇ, ਘਰ ਨੂੰ ਸਜਾਉਣ ਦੇ ਤਰੀਕੇ ਵੀ ਨਵੇਂ ਹੋ ਸਕਦੇ ਨੇ। ਦੈਟ ਮੀਨਸ ਕਿ ਇੱਕ ਜਿਹੜਾ ਰੂਟੀਨ ਬਣਿਆ ਹੁੰਦਾ ਹੈਗਾ, ਇੱਕ ਜਿਹੜੀ ਇੱਕੋ ਸਾਰ ਦੀ ਲਾਈਫ ਹੁੰਦੀ ਆ, ਅਗਰ ਉਹਨੂੰ ਤੋੜ ਕੇ ਅਸੀਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੈਟ ਇਜ਼ ਕ੍ਰੀਏਟਿਵਿਟੀ। ਕ੍ਰੀਏਟਿਵ ਰਹਿਣ ਦੇ ਲਈ ਆਪਾਂ ਨੂੰ ਕਰਨਾ ਕੀ ਪਏਗਾ? ਸਭ ਤੋਂ ਪਹਿਲੀ ਗੱਲ ਤਾਂ ਕਿ ਕੋਈ ਵੀ ਕੰਮ ਆਪਾਂ ਕਰਨਾ ਹੋਏ ਤਾਂ ਸਾਨੂੰ ਇਹ ਵਿਸ਼ਵਾਸ ਕਰਨਾ ਪਏਗਾ ਕਿ ਇਸ ਕੰਮ ਨੂੰ ਕੀਤਾ ਜਾ ਸਕਦਾ। ਅਗਰ ਅਸੀਂ ਆਪਣੇ ਮਾਈਂਡ ਨੂੰ ਇਹ ਸਿਗਨਲ ਦਿੰਦੇ ਹਾਂ ਕਿ ਇਹਨੂੰ ਕੀਤਾ ਜਾ ਸਕਦਾ, ਤਾਂ ਸਾਡਾ ਮਾਈਂਡ ਉਹ ਤਰੀਕੇ ਸਾਨੂੰ ਲੱਭਣ ਹੈਲਪ ਕਰੇਗਾ ਜਿਨ੍ਹਾਂ ਦੇ ਨਾਲ ਅਸੀਂ ਉਸ ਕੰਮ ਨੂੰ ਕਰ ਸਕਦੇ। ਬਟ ਅਗਰ ਅਸੀਂ ਆਪਣੇ ਮਾਈਂਡ ਨੂੰ ਇਹ ਕਹਾਂਗੇ ਕਿ ਇਹ ਪੋਸੀਬਲ ਨਹੀਂ ਹੈਗਾ, ਇਹ ਨਹੀਂ ਹੋ ਸਕਦਾ, ਹਨਾ, ਤਾਂ ਵੀ ਉਹ ਉਸ ਨੂੰ ਸਹੀ ਸਿੱਧ ਕਰੇਗਾ। ਤਾਂ ਸਾਨੂੰ ਏਦਾਂ ਦੇ ਵਿਚਾਰ ਦੇਗਾ ਕਿ ਜਿਹਦੇ ਨਾਲ ਸਾਨੂੰ ਇਹ ਵਿਸ਼ਵਾਸ ਹੋਏਗਾ ਕਿ ਇਹ ਨਹੀਂ ਹੋ ਸਕਦਾ। ਸੋ ਇਹ ਸਾਰੀ ਹੀ ਮਾਨਸਿਕ ਸਥਿਤੀ ਹੈ ਕਿ ਅਸੀਂ ਸੋਚਣਾ ਕਿੱਦਾਂ। ਆਪਣੇ ਆਪ ਨੂੰ ਕ੍ਰੀਏਟਿਵ ਜ਼ੋਨ ਦੇ ਵਿੱਚ ਲੈ ਕੇ ਆਉਣ ਦੇ ਲਈ ਹੈਬਿਟ ਕ੍ਰੀਏਟ ਕਰਨੀ ਪਏਗੀ, ਇੱਕ ਆਦਤ ਬਣਾਉਣੀ ਪਏਗੀ ਕਿ ਅਸੀਂ ਹਮੇਸ਼ਾ ਕ੍ਰੀਏਟਿਵ ਸੋਚੀਏ। ਤਾਂ ਉਹਦੇ ਲਈ ਸਭ ਤੋਂ ਪਹਿਲਾਂ ਇਹੀ ਹੁੰਦਾ ਕਿ ਅਸੀਂ ਇਹ ਵਿਸ਼ਵਾਸ ਕਰੀਏ ਕਿ ਯੈਸ ਆਈ ਕੈਨ ਡੂ ਇਟ, ਮੈਂ ਕਰ ਸਕਦਾ, ਇਹਨੂੰ ਕੀਤਾ ਜਾ ਸਕਦਾ, ਇਹਨੂੰ ਕਰਨ ਦੇ ਢੰਗ ਹੈਗੇ ਨੇ ਔਰ ਮੈਂ ਲੱਭ ਲਾਂ। ਸੋ ਔਰ ਉਸ ਚੀਜ਼ ਦੇ ਲਈ ਆਪਾਂ ਜਿਸ ਤਰ੍ਹਾਂ ਅਗਰ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ ਕਿ ਅਸੀਂ ਇਹ ਡਿਸਾਈਡ ਕੀਤਾ ਸੀ ਜਦੋਂ ਅਸੀਂ ਸਾਡੀ ਮੈਰਿਜ ਹੋਈ ਤਾਂ ਅਸੀਂ ਦੋਨੋਂ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਦੇ ਵਿੱਚ ਸੀਗੇ। 9 to 5 ਸਾਡੀ ਜੌਬ ਹੁੰਦੀ ਸੀ ਔਰ ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਆਪਣੇ ਲਈ ਬਚਦਾ ਸੀ। ਤਾਂ ਅਸੀਂ ਇਹ ਡਿਸਾਈਡ ਕੀਤਾ ਕਿ ਅਸੀਂ ਆਪਣੇ ਘਰ ਦੇ ਵਿੱਚ ਟੀਵੀ ਨਹੀਂ ਰੱਖਣਾ। ਬਟ ਆਮ ਲਾਈਫ ਦੇ ਵਿੱਚ ਮੇਰੇ ਖਿਆਲ ਅੱਜ ਕੋਈ ਵੀ ਫੈਮਿਲੀ ਏਦਾਂ ਦੀ ਨਹੀਂ ਹੋਏਗੀ ਜਿਨ੍ਹਾਂ ਦੇ ਘਰ ਟੀਵੀ ਨਹੀਂ ਹੋਏਗਾ। ਫਿਰ ਸਾਡੀ ਜੁਆਇੰਟ ਫੈਮਿਲੀ ਹੈ, ਸਾਡੇ ਬੱਚੇ ਹੋਏ, 4 ਬੱਚੇ ਸਾਡੇ ਇੱਕੋ ਜਿਹੀ ਏਜ ਦੇ ਸੀਗੇ, ਬਟ ਅਸੀਂ ਹਾਲੇ ਤੱਕ ਵੀ ਟੀਵੀ ਆਪਣੇ ਘਰ 'ਚ ਨਹੀਂ ਰੱਖੇ। ਉਹਨਾਂ ਬੱਚਿਆਂ ਨੂੰ ਅਸੀਂ ਅੰਗੇਜ ਕੀਤਾ ਹਨਾ ਕ੍ਰੀਏਟਿਵ ਐਕਟੀਵਿਟੀਜ਼ ਦੇ ਨਾਲ। ਨੋ ਡਾਊਟ ਉਹਦੇ ਲਈ ਐਫਰਟ ਕਰਨੀ ਪੈਂਦੀ ਹੈ ਹਨਾ ਕਿ ਬੱਚਿਆਂ ਨੂੰ ਕਿੱਦਾਂ ਬਿਜ਼ੀ ਰੱਖਿਆ ਜਾਏ, ਕਿਸ ਤਰ੍ਹਾਂ ਦੀਆਂ ਇਨਪੁਟਸ ਅਸੀਂ ਦੇਈਏ, ਟੀਵੀ ਦਾ ਅਲਟਰਨੇਟਿਵ ਕੀ ਹੋਣਾ ਚਾਹੀਦਾ ਹਨਾ। ਯੂ ਹੈਵ ਟੂ ਇਨਵੋਲਵ, ਉਹ ਆਪਾਂ ਨੂੰ ਉਹ ਚੀਜ਼ਾਂ ਬਾਰੇ ਸੋਚਣਾ ਪਿਆ ਸਾਨੂੰ ਕਿ ਅਸੀਂ ਕੀ ਕਰ ਸਕਦੇ ਹਾਂ। ਬਟ ਉਹਦਾ ਫਾਇਦਾ ਕੀ ਹੋਇਆ? ਉਹਦਾ ਫਾਇਦਾ ਇਹ ਹੋਇਆ ਕਿ ਸਾਡੇ ਬੱਚੇ ਨੇ ਸਾਇੰਸ ਦੀ ਸਟੱਡੀ ਕੀਤੀ ਹੈ, ਨਾਨ ਮੈਡੀਕਲ ਦੀ ਸਟੱਡੀ ਕੀਤੀ ਹੈ, ਲੇਕਿਨ ਉਹਦੇ ਨਾਲ ਉਹਨਾਂ ਨੇ ਸਾਰੇ ਆਪਣੀ ਹੌਬੀਜ਼ ਨੂੰ ਵੀ ਟਾਈਮ ਦਿੱਤਾ। ਉਹਨਾਂ ਦੀ ਪੇਂਟਿੰਗ, ਉਹਨਾਂ ਦਾ ਆਰਟ ਬਹੁਤ ਅੱਛਾ, ਉਹਨਾਂ ਦੀ ਡਾਂਸ ਉਹਨਾਂ ਦਾ ਬਹੁਤ ਅੱਛਾ, ਉਹਨਾਂ ਦਾ ਮਿਊਜ਼ਿਕ ਦੇ ਵਿੱਚ ਕਾਫੀ ਇੰਟਰਸਟ ਹੈ ਨਾ, ਔਰ ਉਹ ਹਾਰਮੋਨੀਅਮ ਵਜਾ ਲੈਂਦੇ ਆ। ਸਪੋਰਟਸ ਦੇ ਵਿੱਚ ਸਾਰਿਆਂ ਨੇ ਐਕਸਲ ਕੀਤਾ ਹਨਾ। ਬੇਟਾ ਸਾਡਾ ਬ੍ਰੇਕ ਡਾਂਸ ਕਰਦਾ ਰਿਹਾ, ਬੇਟੀ ਤੇ ਦੂਸਰਾ ਬੇਟਾ ਸਾਡਾ ਭੰਗੜਾ ਬਹੁਤ ਅੱਛਾ ਕਰਦਾ।
ਤਾਂ ਕਹਿਣ ਦਾ ਮਤਲਬ ਕੀ ਹੋਇਆ ਕਿ ਉਹਨਾਂ ਨੇ ਇਹ ਐਕਟੀਵਿਟੀਜ਼ ਦੇ ਨਾਲ ਆਪਣੇ ਅੰਦਰ ਦੀਆਂ ਜਿਹੜੀਆਂ ਕੁਆਲਿਟੀਜ਼ ਸੀਗੀਆਂ ਉਹਨਾਂ ਨੂੰ ਐਕਸਪਲੋਰ ਕੀਤਾ, ਕਿਉਂਕਿ ਉਹਨਾਂ ਨੇ ਟੀਵੀ ਰਾਹੀਂ ਬਣੀ ਬਣਾਈ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਨਹੀਂ ਫੀਡ ਕੀਤੀ, ਆਪਣੇ ਆਪ ਨੂੰ ਕ੍ਰੀਏਟ ਕੀਤਾ। ਤਾਂ ਅੱਜ ਦੀ ਡੇਟ ਦੇ ਵਿੱਚ ਵੀ ਉਹ ਆਪਣੀ ਪ੍ਰੋਫੈਸ਼ਨਲ ਸਟੱਡੀ ਦੇ ਨਾਲ ਵੀ ਆਪਣੇ ਇਹਨਾਂ ਹੌਬੀਜ਼ ਨੂੰ ਟਾਈਮ ਦੇ ਪਾਉਂਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਇੱਕ ਇੰਟਰਸਟ ਡਿਵੈਲਪ ਹੋ ਚੁੱਕਾ ਕਿ ਅਸੀਂ ਕੁਝ ਕਰ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਹਾਂ। ਸੋ ਇਹ ਪ੍ਰੈਕਟੀਕਲ ਐਗਜ਼ਾਮਪਲਸ ਨੇ ਆਪਣੀ ਲਾਈਫ ਦੀਆਂ। ਅਸੀਂ ਇਹਨਾਂ ਬੁੱਕਸ ਤੋਂ ਸਿੱਖ ਕੇ ਆਪਣੇ ਲਾਈਫ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪ੍ਰੈਕਟੀਕਲੀ ਅਪਲਾਈ ਕੀਤਾ, ਤਾਂ ਸਾਨੂੰ ਇਹ ਅਹਿਸਾਸ ਹੋਇਆ ਕਿ ਇਸ ਨੌਲੇਜ ਨੂੰ, ਇਸ ਇਨਫੋਰਮੇਸ਼ਨ ਨੂੰ ਅਸੀਂ ਬਹੁਤ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਔਰ ਇਸ ਤੋਂ ਅੱਗੇ ਅਗਰ ਆਪਾਂ ਗੱਲ ਕਰੀਏ ਕਿ ਹੋਰ ਕੀ ਕੀਤਾ ਜਾ ਸਕਦਾ, ਹਮੇਸ਼ਾ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਕਿੱਦਾਂ ਇੰਪਰੂਵ ਕਰ ਸਕਦਾ। ਕਿ ਕੰਮ ਆਪਾਂ ਸਾਰੇ ਹੀ ਕਰਦੇ ਹਾਂ, ਸਾਰੇ ਹੀ ਮਤਲਬ ਉਹਨੂੰ ਰੂਟੀਨ ਨਹੀਂ ਲੈਣਾ ਚਾਹੀਦਾ, ਉਹਨੂੰ ਕ੍ਰੀਏਟਿਵ ਜ਼ੋਨ 'ਚ ਰੱਖਣਾ ਚਾਹੀਦਾ, ਹਮੇਸ਼ਾ ਕੁਝ ਨਵਾਂ ਸੋਚਣਾ। ਔਰ ਅਗਰ ਆਪਾਂ ਆਮ ਲੋਕਾਂ ਦੀ ਗੱਲ ਕਰੀਏ, 95% ਲੋਕ ਏਦਾਂ ਦੇ ਨੇ ਜਿਹੜੇ ਇੱਕ ਬਣੇ ਬਣਾਏ ਰੂਟੀਨ ਦੇ ਵਿੱਚ ਜਿਉਂਦੇ ਨੇ। ਉਹਨਾਂ ਦੇ ਅੱਗੇ ਅਗਰ ਆਪਾਂ ਕੋਈ ਨਵਾਂ ਕ੍ਰੀਏਟਿਵ ਆਈਡੀਆ ਰੱਖਦੇ ਵੀ, ਸਪੋਜ਼ ਆਪਾਂ ਇੱਕ ਐਕਸਰਸਾਈਜ਼ ਕਰੀਏ, ਇੱਕ ਐਕਸਪੈਰੀਮੈਂਟ ਕਰੀਏ ਕਿ ਕੁਝ ਵੀ ਨਵਾਂ ਆਈਡੀਆ ਡਿਸਕਸ ਕਰਨ ਦੀ ਕੋਸ਼ਿਸ਼ ਕਰੀਏ ਕਿ ਅਗਰ ਆਪਾਂ ਇਸ ਕੰਮ ਨੂੰ ਇਸ ਤਰੀਕੇ ਦੇ ਨਾਲ ਕਰ ਲਈਏ, ਜਾਂ ਆਪਾਂ ਇਹ ਸੋਚੀਏ ਕਿ 5 ਸਾਲ ਦੀ ਏਜ ਤੋਂ ਪਹਿਲਾਂ ਆਪਾਂ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਾਹੀਦਾ, ਉਹਦੇ ਆਈਡੀਆ ਆਪਾਂ ਡਿਸਕਸ ਕਰੀਏ। ਜਾਂ ਰਿਟਾਇਰਮੈਂਟ ਦੀ ਏਜ 70 ਇਅਰਸ ਤੋਂ ਬਾਅਦ ਹੋਣੀ ਚਾਹੀਦੀ ਹੈ, ਜਾਂ ਆਪਾਂ ਇਹ ਸੋਚੀਏ ਕਿ ਸਾਈਕਲਿੰਗ ਨੂੰ ਪ੍ਰਮੋਟ ਕਰਨਾ ਚਾਹੀਦਾ। ਮਤਲਬ ਕੁਝ ਵੀ ਤੁਸੀਂ ਦੇਖੋਗੇ 95% ਲੋਕ ਜਾਂ ਤਾਂ ਤੁਹਾਡਾ ਮਜ਼ਾਕ ਉਡਾਉਣਗੇ ਜਾਂ ਇਸ ਚੀਜ਼ ਨੂੰ ਅਸੈਪਟ ਨਹੀਂ ਕਰਨਗੇ, ਇਹਦਾ ਵਿਰੋਧ ਕਰਨਗੇ। ਬਟ ਫਿਰ ਵੀ 5% ਲੋਕ ਏਦਾਂ ਦੇ ਹੋਣਗੇ ਜੋ ਇਸ ਆਈਡੀਆ ਬਾਰੇ ਤੁਹਾਨੂੰ ਹੋਰ ਵਿਚਾਰ ਦੇਣਗੇ, ਜੋ ਤੁਸੀਂ ਆਪਣੀ ਲਾਈਫ ਇਸ ਵਿਚਾਰ ਨੂੰ ਹੋਰ ਜ਼ਿਆਦਾ ਪਾਵਰਫੁਲ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਵੀ ਤੁਹਾਡੇ ਦਿਮਾਗ 'ਚ ਤੁਹਾਡੇ ਡ੍ਰੀਮਸ ਬਾਰੇ ਕੋਈ ਨਵਾਂ ਆਈਡੀਆ ਆਏ, ਹੈ ਨਾ, ਤਾਂ ਆਪਾਂ ਕਿੰਨਾ ਲੋਕਾਂ ਦੀ ਗੱਲ ਸੁਣਨੀ ਹੈ ਨਾ। ਸੋ ਵੀ ਹੈਵ ਟੂ ਸਰਚ ਫॉर ਦੋਜ਼ 5% ਜਿਹੜੇ ਸਾਡੇ ਆਈਡੀਏ ਨੂੰ, ਸਾਡੇ ਸੁਪਨੇ ਨੂੰ ਸਪੋਰਟ ਕਰ ਸਕਦੇ ਹਨ, ਹੈ ਨਾ। ਤੇ ਰਾਈਟ ਐਸੋਸੀਏਸ਼ਨ ਚੂਜ਼ ਕਰਨੀ ਹੈ ਤਾਂ ਕਿ ਅਸੀਂ ਆਪਣੇ ਮਾਈਂਡ ਨੂੰ ਜਿਹੜੇ ਪੋਜ਼ਿਟਿਵ ਵਿਚਾਰਾਂ ਵੱਲ ਲਿਜਾ ਸਕੀਏ, ਸੋਲੂਸ਼ਨ ਵੱਲ ਲਿਜਾ ਸਕੀਏ। ਸੋ ਉਹਦੀਆਂ ਵੀ ਐਗਜ਼ਾਮਪਲਸ ਇਸ ਬੁੱਕ ਦੇ ਵਿੱਚ ਕਾਫੀ ਦਿੱਤੀਆਂ ਹੋਈਆਂ ਨੇ ਕਿ ਕਿੱਦਾਂ ਮਤਲਬ ਡਿਸਕਸ ਕਰਕੇ ਆਪਾਂ ਕਿਸੇ ਆਈਡੀਆ ਨੂੰ ਸ਼ੋ ਕਰਕੇ ਲੋਕਾਂ ਦੇ ਵਿਚਾਰ ਲੈ ਸਕਦੇ ਹਾਂ। ਸੋ ਆਪਣਾ ਡ੍ਰੀਮ ਜਿਹੜਾ ਹੈਗਾ ਉਹ ਆਪਣਾ ਡ੍ਰੀਮ ਹੋਣਾ ਚਾਹੀਦਾ, ਇਮੋਸ਼ਨਲ ਡ੍ਰੀਮ ਜਿਵੇਂ ਆਪਾਂ ਕਹਿੰਦੇ ਹਾਂ ਕਿ ਕੁਝ ਵੀ ਆਪਾਂ ਛੋਟੇ ਹੁੰਦਿਆਂ ਤੋਂ ਬੜੀਆਂ ਚੀਜ਼ਾਂ ਸੋਚੀਆਂ ਹੁੰਦੀਆਂ ਨੇ ਕਿ ਮੈਂ ਇਹ ਕਰਨਾ ਚਾਹੁੰਦਾ, ਉਸ ਟਾਈਮ ਤੇ ਆਪਾਂ ਨੂੰ ਕਈ ਵਾਰ ਏਦਾਂ ਲੱਗਦਾ ਕਿ ਇਹ ਇੰਪੋਸੀਬਲ ਹੈ ਨਾ। ਤੁਸੀਂ ਇਹ ਐਕਸਰਸਾਈਜ਼ ਵੀ ਆਪਣੇ ਨਾਲ ਕਰ ਸਕਦੇ ਹੋ ਕਿ ਕਾਫੀ ਦੇਰ ਪਹਿਲਾਂ ਸਪੋਜ਼ ਕੋਈ ਕੰਮ ਤੁਸੀਂ ਕਰਨਾ ਚਾਹੁੰਦੇ ਸੀ, ਹੈ ਨਾ, ਕੋਈ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਸੀ ਬਟ ਉਹ ਤੁਹਾਨੂੰ ਉਸ ਟਾਈਮ ਤੇ ਪੋਸੀਬਲ ਨਹੀਂ ਲੱਗਿਆ, ਤੁਹਾਨੂੰ ਔਖਾ ਲੱਗਿਆ ਕਿ ਤੁਸੀਂ ਨਹੀਂ ਕਰ ਪਾਏ, ਹੈ ਨਾ। ਉਸ ਨੂੰ ਅੱਜ ਦੁਬਾਰਾ ਸੋਚੋ, ਇਹ ਸੋਚੋ ਕਿ ਇਹਨੂੰ ਮੈਂ ਕਿਵੇਂ ਕਰ ਸਕਦਾ, ਹੈ ਨਾ, ਕਿਹੜੇ ਰਸਤੇ ਨੇ। ਉਹਦੀ ਪੋਸੀਬਿਲਿਟੀ ਬਾਰੇ ਜਦੋਂ ਸੋਚੋਗੇ ਤਾਂ ਨੈਚੁਰਲੀ ਤੁਹਾਨੂੰ ਰਸਤੇ ਲੱਭਣਗੇ ਕਿ ਤੁਸੀਂ ਕਿਹੜੇ ਢੰਗ ਦੇ ਨਾਲ ਇਸ ਕੰਮ ਨੂੰ ਪੂਰਾ ਕਰ ਸਕਦੇ। ਔਰ ਨੈਕਸਟ ਅਗਰ ਆਪਾਂ ਗੱਲ ਕਰੀਏ ਕਿ ਹੋਰ ਕਿਸ ਤਰੀਕੇ ਦੇ ਨਾਲ ਇਸ ਹੈਬਿਟ ਨੂੰ ਵਧਾਇਆ ਜਾ ਸਕਦਾ, ਰਾਈਟਰ ਨੇ ਇੱਕ ਬਹੁਤ ਅੱਛੀ ਐਗਜ਼ਾਮਪਲ ਲਈ ਹੈ, ਇੱਕ ਕਿ ਉਹਦੇ ਇੱਕ ਪੁਰਾਣੇ ਸਟੂਡੈਂਟ ਸੀਗੇ ਔਰ ਉਸ ਲੜਕੀ ਨੇ ਵਿਦਿਨ 4 ਇਅਰਸ ਉਹਨੇ ਆਪਣਾ ਬਿਜ਼ਨਸ ਸਟਾਰਟ ਕੀਤਾ, ਛੋਟੀ ਜਿਹੀ ਅਮਾਊਂਟ ਨਾਲ ਸਟਾਰਟ ਕੀਤਾ ਔਰ ਵਿਦਿਨ 4 ਇਅਰਸ ਉਹਨੇ ਚੌਥਾ ਸਟੋਰ ਖੋਲ ਲਿਆ। ਤਾਂ ਉਹ ਕਹਿੰਦੇ ਕਿ ਮੈਂ ਉਸ ਨੂੰ ਮਿਲਿਆ ਕਿ ਮੈਨੂੰ ਪਤਾ ਸੀਗਾ ਕਿ ਉਹਦੇ ਕੋਲ ਅਮਾਊਂਟ ਵੀ ਜ਼ਿਆਦਾ ਨਹੀਂ ਸੀ, ਉਹਦਾ ਐਕਸਪੀਰੀਅੰਸ ਵੀ ਜ਼ਿਆਦਾ ਨਹੀਂ ਸੀ, ਬਟ ਫਿਰ ਵੀ ਸ਼ੀ ਇਜ਼ ਸੋ ਸਕਸੈਸਫੁਲ। ਕੀ ਰੀਜ਼ਨ ਹੈ? ਐਂਡ ਹੀ ਡਿਸਕਸਡ, ਉਹਦੇ ਨਾਲ ਡਿਸਕਸ ਕੀਤਾ ਤਾਂ ਉਹਨੇ ਇਹ ਚੀਜ਼ ਕਹੀ ਕਿ ਯੈਸ ਕਿ ਮੈਂ ਬਹੁਤ ਮਿਹਨਤ ਕਰਦੀ ਹਾਂ, ਮੈਂ ਜਲਦੀ ਉੱਠਦੀ ਹਾਂ, ਦੇਰ ਤੱਕ ਕੰਮ ਕਰਦੀ ਹਾਂ, ਲੇਕਿਨ ਇਹ ਕਾਫੀ ਨਹੀਂ ਹੈਗਾ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਲਈ, ਤਰੱਕੀ ਕਰਵਾਉਣ ਦੇ ਲਈ। ਉਹਦੇ ਲਈ ਮੈਂ ਵੀਕਲੀ ਇੰਪਰੂਵਮੈਂਟ ਪ੍ਰੋਗਰਾਮ ਦੇ ਉੱਪਰ ਕੰਮ ਕਰਦੀ, ਹਫ਼ਤਾਵਾਰ ਸੁਧਾਰ ਪ੍ਰੋਗਰਾਮ, ਹੈ ਨਾ। ਉਹ ਕਹਿੰਦੀ ਉਹ ਕੀ ਹੁੰਦਾ, ਕਿੱਦਾਂ ਤੁਸੀਂ ਕਿੱਦਾਂ ਕਰਦੇ? ਤਾਂ ਸ਼ੀ ਸੈਡ ਕਿ ਮੈਂ ਪੂਰਾ ਹਫ਼ਤਾ ਇਹ ਸੋਚਦੀ ਰਹਿੰਦੀ ਹਾਂ ਕਿ ਮੈਂ ਆਪਣੇ ਕੰਮ ਨੂੰ ਹੋਰ ਬਿਹਤਰ ਕਿਵੇਂ ਕਰ ਸਕਦਾ, ਹੋਰ ਬੈਟਰ ਕਿੱਦਾਂ ਕਰ ਸਕਦਾ,
ਸਕਦੀ ਹਾਂ, ਮੈਂ ਆਪਣੇ ਕਸਟਮਰਸ ਨੂੰ ਬੈਟਰ ਸਰਵਿਸ ਕਿਵੇਂ ਦੇ ਸਕਦੀ ਹਾਂ, ਮੈਂ ਆਪਣੇ ਪ੍ਰੋਡਕਟਸ ਦੇ ਵਿੱਚ ਕੀ ਐਡ ਕਰ ਸਕਦੀ ਹਾਂ, ਮੈਂ ਆਪਣੇ ਕਸਟਮਰ ਦਾ ਨੈਟਵਰਕ ਕਿੱਦਾਂ ਵਧਾ ਸਕਦੀ ਹਾਂ, ਮੈਂ ਆਪਣੇ EMPLOYEES ਦੀ ਮੋਟੀਵੇਸ਼ਨ ਕਿਵੇਂ ਕੰਟੀਨਿਊ ਰੱਖ ਸਕਦੀ ਹਾਂ, ਹੈ ਨਾ। ਕਹਿੰਦੇ ਉਹਦੇ ਲਈ ਜੋ ਵੀ ਖਿਆਲ ਮੇਰੇ ਮਾਈਂਡ 'ਚ ਆਉਂਦੇ ਰਹਿੰਦੇ ਆ ਕਿ ਆਈ ਲਾਈਕ ਮੈਂ ਉਹਨੂੰ ਲਿਖਦੀ ਰਹਿੰਦੀ ਹਾਂ ਪੂਰਾ ਹਫ਼ਤਾ। ਔਰ ਮੰਡੇ ਮਾਰਨਿੰਗ ਮੈਂ 3 to 4 ਆਵਰਸ ਇਸ ਚੀਜ਼ ਨੂੰ ਦਿੰਦੀ ਹਾਂ ਕਿ ਮੈਂ ਉਹ ਹਰ ਖਿਆਲ ਨੂੰ, ਹਰ ਵਿਚਾਰ ਨੂੰ ਰੀਡ ਕਰਦੀ ਹਾਂ, ਉਹਦੇ ਤੇ ਵਿਚਾਰ ਕਰਦੀ ਹਾਂ ਔਰ ਇੱਕ ਪ੍ਰੋਗਰਾਮ ਬਣਾਉਂਦੀ ਹਾਂ ਉਹਦੇ 'ਚੋਂ ਐਕਸ਼ਨ ਪਲਾਨ ਦਾ, ਕਿ ਇਹਦੇ 'ਚੋਂ ਕਿਹੜੇ ਖਿਆਲ ਨੇ ਜਿਹੜੇ ਆਪਾਂ ਅਪਲਾਈ ਕਰ ਸਕਦੇ ਹਾਂ, ਆਪਣੀ ਇੰਪਰੂਵਮੈਂਟ ਕਰ ਸਕਦੇ ਹਾਂ। ਦੈਨ ਉਹ ਛੋਟਾ ਜਿਹਾ ਇੰਪਰੂਵਮੈਂਟ ਪ੍ਰੋਗਰਾਮ ਨੂੰ ਮੈਂ ਲਾਗੂ ਕਰ ਦਿੰਦੀ ਹਾਂ ਔਰ ਪੂਰਾ ਹਫ਼ਤਾ ਉਹਦੇ ਤੇ ਵਰਕ ਹੁੰਦਾ ਹੈ। ਐਂਡ ਦੈਨ ਫਿਰ ਉਹ ਜਿਹੜੇ ਨਵੇਂ ਖਿਆਲ ਆਉਂਦੇ ਆ ਉਹਨਾਂ ਨੂੰ ਰਾਈਟ ਡਾਊਨ ਕਰਕੇ ਫਿਰ ਮੈਂ ਵਿਚਾਰ ਕਰਦੀ। ਦੈਟ ਇਜ਼ ਕਿ ਅਗਰ ਅਸੀਂ ਲਾਈਫ ਦੇ ਵਿੱਚ ਸਕਸੈਸਫੁਲ ਹੋਣਾ ਚਾਹੁੰਦੇ ਹਾਂ, ਉੱਨਤੀ ਕਰਨਾ ਚਾਹੁੰਦੇ ਹਾਂ, ਤਰੱਕੀ ਕਰਨਾ ਚਾਹੁੰਦੇ ਹਾਂ, ਦੈਟ ਮੀਨਸ ਸਾਨੂੰ ਹਮੇਸ਼ਾ ਇੰਪਰੂਵਮੈਂਟ ਵੱਲ ਧਿਆਨ ਦੇਣਾ ਪਏਗਾ। ਕੋਈ ਵੀ ਚੀਜ਼ ਪਰਮਾਨੈਂਟ ਨਹੀਂ ਹੁੰਦੀ ਕਿ ਆਪਾਂ ਸੋਚੀਏ ਵੀ ਆਹ ਸ਼ਡਿਊਲ ਮੈਂ ਬਣਾ ਲਿਆ ਜਾਂ ਆਹ ਆਦਤਾਂ ਮੈਂ ਪਾ ਲਈਆਂ ਨੇ, ਨਾਓ ਲਾਈਫ ਇਜ਼ ਓਵਰ, ਨਾ ਇਹਦੇ ਨਾਲ ਹੀ ਸਾਰੀ ਜ਼ਿੰਦਗੀ ਸਕਸੈਸਫੁਲ ਹੋ ਜਾਏਗੀ। ਚੇਂਜ ਜਿਹੜਾ ਹੈਗਾ ਦੈਟ ਇਜ਼ ਇਨਐਵਿਟੇਬਲ, ਚੇਂਜ ਹਮੇਸ਼ਾ ਆਉਂਦਾ ਹੀ ਰਹਿੰਦਾ, ਹਮੇਸ਼ਾ ਆਪਾਂ ਨੂੰ ਚੇਂਜ ਦੇ ਲਈ ਤਿਆਰ ਰਹਿਣਾ ਪਏਗਾ। ਐਂਡ ਚੇਂਜ ਕਾਹਦੇ ਲਈ ਹੋਣਾ? ਇੰਪਰੂਵ ਕਰਨ ਦੇ ਲਈ, ਨਾ ਹਮੇਸ਼ਾ ਇੰਪਰੂਵਮੈਂਟ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ, ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ, ਕੋਈ ਵੀ ਪਰਫੈਕਟ ਨਹੀਂ ਹੁੰਦਾ। ਹਰ ਕੰਮ ਨੂੰ ਕਰਨ ਦੇ ਜਿਹੜੇ ਉਨੇ ਹੀ ਤਰੀਕੇ ਹੋ ਸਕਦੇ ਆ ਜਿੰਨੇ ਬੰਦੇ ਉਹਨੂੰ ਕਰਨਾ, ਕਿਉਂਕਿ ਹਰ ਇੱਕ ਦੀ ਇਨੋਵੇਸ਼ਨ, ਹਰ ਇੱਕ ਦਾ ਪ੍ਰੋਸੈਸ, ਹਰ ਇੱਕ ਦਾ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ। ਸੋ ਇੱਕ ਕੰਮ ਨੂੰ ਮਲਟੀਪਲ ਤਰੀਕਿਆਂ ਦੇ ਨਾਲ ਕੀਤਾ ਜਾ ਸਕਦਾ, ਬਟ ਆਪਾਂ ਇਹ ਸੋਚਣਾ ਕਿ ਮੈਂ ਕਿੱਦਾਂ ਇੰਪਰੂਵ ਕਰਨਾ। ਇੰਪਰੂਵਮੈਂਟ ਮੀਨਸ ਕਿ ਆਪਾਂ ਆਪਣੀ ਐਫੀਸ਼ੀਐਂਸੀ ਵਧਾਉਣੀ ਹੈ, ਆਪਣੀ ਕੰਮ ਕਰਨ ਦੀ ਸਮਰੱਥਾ ਵਧਾਉਣੀ ਹੈ। ਜਿੰਨਾ ਆਪਾਂ ਸੋਚ ਸਕਦੇ ਹਾਂ ਉਨਾ ਹੀ ਕੰਮ ਆਪਾਂ ਕਰ ਸਕਦੇ ਹਾਂ। ਉਹਦੇ ਲਈ ਆਪਾਂ ਜਿਸ ਤਰ੍ਹਾਂ ਸਵੇਰੇ ਉੱਠਦੇ ਹੈਗੇ ਆ, ਤੇ ਅਗਰ ਆਪਾਂ ਕੋਈ ਵੀ ਟੂ ਡੂ ਲਿਸਟ ਨਾ ਬਣਾਈ ਹੋਵੇ ਕਿ ਅੱਜ ਮੈਂ ਕੀ ਕਰਨਾ ਮੈਨੂੰ ਪਤਾ ਹੀ ਨਾ ਹੋਵੇ ਸਾਰੇ ਦਿਨ, ਤਾਂ ਆਪਾਂ ਮੋਸਟਲੀ ਉਹ ਸਾਰਾ ਟਾਈਮ ਵੇਸਟ ਕਰਦੇ। ਬਟ ਜਿਸ ਦਿਨ ਆਪਣੇ ਮਾਈਂਡ ਦੇ ਵਿੱਚ ਇਹ ਪਿਕਚਰ ਹੁੰਦੀ ਹੈ ਕਿ ਅੱਜ ਮੈਂ ਇਹ ਕੰਮ ਕਰਨਾ ਹੈ ਨਾ, ਔਰ ਆਪਾਂ ਦੇਖਦੇ ਹਾਂ ਕਿ ਕਾਫੀ ਮਤਲਬ ਘੱਟ ਟਾਈਮ ਦੇ ਵਿੱਚ ਉਹ ਸਾਰੇ ਕੰਮ ਆਪਾਂ ਦੈਟ ਮੀਨਸ ਕਿ ਜਿੱਦਾਂ ਦਾ ਸਾਡਾ ਫੋਕਸ ਹੋਏਗਾ, ਜਿੱਦਾਂ ਦਾ ਅਸੀਂ ਮਾਈਂਡ ਸੈਟ ਹੋਏਗਾ, ਜੇ ਅਗਰ ਸਾਨੂੰ ਵਿਸ਼ਵਾਸ ਹੋਏਗਾ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ ਤਾਂ ਉਹ ਕਰਨ ਦੇ ਰਸਤੇ ਆਪਾਂ ਲੱਭ ਸਕਦੇ ਹਾਂ। ਔਰ ਅਗਰ ਫਰਦਰ ਗੱਲ ਕਰੀਏ ਤਾਂ ਕਿ ਕੰਮ ਕਰਨ ਦੇ ਜਿਹੜੇ ਮੌਕੇ ਹੈਗੇ ਆ ਉਹਨਾਂ ਨੂੰ ਆਪਾਂ ਨੂੰ ਗ੍ਰੈਸਪ ਕਰਨਾ ਚਾਹੀਦਾ। ਹਮੇਸ਼ਾ ਬੀ ਓਪਨ ਮਾਈਂਡਡ ਕਿ ਨਵੇਂ ਮੌਕਿਆਂ ਦੀ ਤਲਾਸ਼ ਕਰੀਏ। ਕੰਮ ਕਰਨਾ, ਜਿਹੜੇ ਕੰਮ ਕਰਨ ਦੀ ਜਿਹੜੀ ਆਪਣੀ ਕੈਪੇਬਿਲਿਟੀ ਹੈ, ਸਮਰੱਥਾ, ਦੈਟ ਇਜ਼ ਅਵਰ ਮੈਂਟਲ ਕੰਡੀਸ਼ਨ, ਕਿ ਆਪਣੀ ਮਾਨਸਿਕ ਸਥਿਤੀ ਹੁੰਦੀ ਹੈ ਕਿ ਅਸੀਂ ਕਿੰਨਾ ਕੁ ਕੰਮ ਕਰਦੇ। ਤਾਂ ਜਿੰਨਾ ਕੰਮ ਤੁਸੀਂ ਕਰਨਾ ਸ਼ੁਰੂ ਕਰ ਦੋਗੇ ਤੁਹਾਡੀ ਕੈਪੇਬਿਲਿਟੀ ਉਨੀ ਵੱਧਦੀ ਹੈ। ਉਹਦੀ ਵੀ ਅਗਰ ਮੈਂ ਪ੍ਰੈਕਟੀਕਲ ਐਗਜ਼ਾਮਪਲ ਲਵਾਂ ਕਿ ਜਦੋਂ ਮੈਂ ਜੌਬ ਕਰਦੀ ਸੀ, ਆਈ ਵਾਜ਼ ਵੈਰੀ ਓਪਨ ਮਾਈਂਡਡ। ਮੈਂ ਕਦੇ ਵੀ ਜਿੱਦਾਂ ਇਹ ਨਹੀਂ ਸੀ ਸੋਚਿਆ ਕਿ ਮੇਰੀ ਜੌਬ ਦਾ ਜਿਹੜਾ ਏਰੀਆ ਹੈਗਾ ਕਿ ਮੈਂ ਇੰਨਾ ਕੀ ਕੰਮ ਕਰਨਾ, ਬਸ ਮੇਰੀ ਆਹੀ ਰਿਸਪੋਂਸਿਬਿਲਿਟੀ ਹੈ, ਇਹ ਤਾਂ ਮੇਰੇ ਤੇ ਫਾਲਤੂ ਦਾ ਕੰਮ ਹੈ। ਕਹਿਣ ਦਾ ਮਤਲਬ ਕਿ ਮੈਂ ਹਮੇਸ਼ਾ ਜੋ ਵੀ ਕੰਮ ਮੈਨੂੰ ਦਿੱਤਾ ਜਾਂਦਾ ਸੀ, ਬੇਸ਼ੱਕ ਉਹ ਮੇਰੇ ਫੀਲਡ ਦਾ ਹੋਵੇ, ਮੇਰੀ ਰਿਸਪੋਂਸਿਬਿਲਿਟੀ 'ਚ ਆਉਂਦਾ ਹੋਵੇ ਜਾਂ ਨਾ ਆਉਂਦਾ ਹੋਵੇ, ਮੈਂ ਉਹਨੂੰ ਇੱਕ ਓਪਰਚੁਨਿਟੀ, ਔਰ ਉਹਦੇ ਨਾਲ ਫਾਇਦਾ ਕੀ ਹੋਇਆ ਕਿ ਆਈ ਲਰਨਡ ਲੋਟ ਆਫ ਥਿੰਗਸ ਜੋ ਮੈਨੂੰ ਸ਼ਾਇਦ ਅਗਰ ਮੈਂ ਆਪਣੇ ਹੀ ਫੀਲਡ 'ਚ ਰਹਿੰਦੀ ਉਹ ਗੱਲਾਂ ਮੈਨੂੰ ਪਤਾ ਵੀ ਨਾ ਲੱਗਦੀਆਂ। ਰੋਬਰਟ ਕਿਓਸਾਕੀ ਇਹ ਗੱਲ ਕਹਿੰਦੇ ਨੇ ਕਿ ਆਲਵੇਜ਼ ਵਰਕ ਟੂ ਲਰਨ, ਨਾਟ ਫॉर ਮਨੀ। ਕਦੇ ਵੀ ਪੈਸੇ ਲਈ ਕੰਮ ਨਾ ਕਰੋ, ਸਿੱਖਣ ਲਈ ਕੰਮ ਕਰੋ। ਔਰ ਉਹ ਉਦੋਂ ਦਾ ਸਿੱਖਿਆ ਹੋਇਆ ਹੈ ਨਾ, ਹਾਲਾਂਕਿ ਮੈਂ ਉਸ ਐਕਸਟਰਾ ਕੰਮ ਦੀ ਮੈਨੂੰ ਪੇ ਨਹੀਂ ਸੀ ਮਿਲਦੀ, ਬਟ ਉਦੋਂ ਦਾ ਸਿੱਖਿਆ ਹੋਇਆ ਕੰਮ ਅਸੀਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਲਈ, ਆਪਣੀ ਲਾਈਫ ਨੂੰ ਬੈਟਰ ਕਰਨ ਦੇ ਲਈ, ਉਹ ਸਾਰੀਆਂ ਚੀਜ਼ਾਂ ਅਸੀਂ ਉਹਦੇ 'ਚ ਅਪਲਾਈ ਕਰਦੇ ਹਾਂ। ਇਸੇ ਤਰ੍ਹਾਂ ਮੈਂ ਇੱਕ ਰੀਸੈਂਟ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੂੰਗੀ ਕਿ ਮੈਂ ਆਪਣੀ ਬੇਟੀ ਨੂੰ ਵੀ ਅਸੀਂ ਇਹੀ ਗਾਈਡ ਕੀਤਾ ਕਿ ਆਲਵੇਜ਼ ਵਰਕ ਫॉर ਲਰਨ, ਕਿ ਹਮੇਸ਼ਾ ਸਿੱਖਣ ਲਈ ਕੰਮ ਕਰੋ, ਹੈ ਨਾ। ਔਰ ਉਹ ਜੌਬ ਕਰ ਰਹੀ ਹੈ ਇੱਕ ਨਿਊਜ਼ਪੇਪਰ ਦੇ ਵਿੱਚ, ਔਰ ਉਹਦੀ ਜਿਹੜੀ ਜੌਬ ਸੀਗੀ ਉਸ ਤੋਂ ਬਾਹਰ ਵੀ ਉਹਨੂੰ ਕਾਫੀ ਰਿਸਪੋਂਸਿਬਿਲਿਟੀਜ਼ ਮਿਲਦੀਆਂ ਰਹੀਆਂ। ਔਰ
ਕਈ ਵਾਰੀ ਮਤਲਬ ਏਦਾਂ ਵੀ ਲੱਗਦਾ ਸੀ ਕਿ ਬਰਡਨ ਹੈ, ਐਕਸਟਰਾ ਬਰਡਨ ਹੈ, ਦੂਸਰੇ ਦਾ ਕੰਮ ਵੀ ਮਤਲਬ ਕਈ ਵਾਰੀ, ਬਟ ਸ਼ੀ ਵਾਜ਼ ਮਤਲਬ ਜੋ ਅਸੀਂ ਉਹਨੂੰ ਗਾਈਡ ਕਰਦੇ ਸੀ ਕਿ ਇਹਨੂੰ ਇੱਕ ਓਪਰਚੁਨਿਟੀ ਦੀ ਤਰ੍ਹਾਂ ਲਓ ਕਿ ਤੈਨੂੰ ਐਕਸਪੋਜ਼ਰ ਮਿਲ ਰਿਹਾ ਹੈਗਾ, ਤੂੰ ਆਹ ਕੰਮ ਵੀ ਸਿੱਖ ਸਕਦੀ ਹੈ, ਇਹ ਵੀ ਸਿੱਖ ਸਕਦੀ ਹੈ। ਔਰ ਇਹਦੇ ਨਾਲ ਫਾਇਦਾ ਕੀ ਹੋਇਆ ਕਿ ਸ਼ੀ ਹੈਜ਼ ਗॉट ਦ ਐਕਸਪੋਜ਼ਰ ਆਫ ਆਲ ਦਾ ਕਿ ਟਾਈਪ ਕਿੱਦਾਂ ਕਰਨਾ, ਐਡਵਰਟਾਈਜ਼ਮੈਂਟ ਕਿੱਦਾਂ ਡਿਜ਼ਾਈਨ ਕਰਨੀ ਹੈ, ਗ੍ਰਾਫਿਕ ਡਿਜ਼ਾਈਨਿੰਗ ਕਿੱਦਾਂ ਕਰਨੀ ਹੈ, पेपर किदा पोस्ट करना, प्रूफ रीडिंग किदा करनी है, एवरीथिंग है ना, कॉल्स किदा रिसीव करनियां ने, कस्टमर्स के नाल किदा डील करना, वो सारा एक्सपोजर उन्हें मिलिया। और नाउ शी गॉट द ऑफर कि तू सारा ऑफिस यू कैन तू मैनेज करेगी। सो ये एक बहुत बड़ी अपॉर्चुनिटी है। वो क्यों मिले उन्होंने? क्योंकि उन्होंने देखा कि ये लड़की जी है ये सारा काम संभाल सकती और इन्हें बिना किसी मतलब पैसे दे बेनीफिट तो ना, बिना किसी एक्स्ट्रा एक्सक्यूज तो वो सारियां रिस्पॉन्सिबिलिटीज लईयां अपने ऊपर और वो चीज़ सीखी। सो सिंसैरिटी जिहड़ी हैगी है हमेशा पे करती, ऑलवेज वर्क टू लर्न है ना। ਆਪਾਂ ਨੂੰ ਇਹ ਚੀਜ਼ ਦੇ ਨਾਲ ਕੀ ਹੁੰਦਾ ਕਿ ਸਾਡੀ ਕੈਪੇਬਿਲਿਟੀ ਵੱਧਦੀ ਹੈ, ਸਾਨੂੰ ਇਹ ਯਕੀਨ ਹੁੰਦਾ ਕਿ ਯੈਸ ਆਈ ਕੈਨ ਡੂ ਦਿਸ ਥਿੰਗ ਆਲਸੋ, ਆਈ ਕੈਨ ਡੂ ਦਿਸ ਥਿੰਗ। बट अगर ਅਸੀਂ ਆਪਣਾ ਇੱਕ ਸ਼ੈਲ ਬਣਾ ਲੈਂਦੇ ਇੱਕ ਰੂਟੀਨ ਦੀ ਲਾਈਫ ਬਣਾ ਲੈਂਦੇ ਹਾਂ ਕਿ ਮੈਂ ਇੰਨਾ ਹੀ ਕਰਨਾ ਔਰ ਮੈਨੂੰ ਮਤਲਬ ਐਕਸਟਰਾ ਕੰਮ ਨੂੰ ਆਪਾਂ ਬਰਡਨ ਸਮਝਦੇ ਹਾਂ, ਤਾਂ ਉਹਦੇ ਨਾਲ ਕੀ ਹੁੰਦਾ ਸਾਡੀਆਂ ਕੁਆਲਿਟੀਜ਼ ਜਿਹੜੀਆਂ ਹੈਗੀਆਂ ਨੇ ਉਹ ਉੱਭਰ ਕੇ ਸਾਹਮਣੇ ਨਹੀਂ ਆਉਂਦੀਆਂ। ਸੋ ਬੀ ਓਪਨ ਫॉर ਨਿਊ ਆਈਡੀਆਜ਼, ਹਮੇਸ਼ਾ ਕੁਝ ਨਵਾਂ ਕਰਨ ਦੀ, ਹਮੇਸ਼ਾ ਕੁਝ ਐਕਸਟਰਾ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਤੇ ਜੋ ਵੀ ਵਿਚਾਰ ਆਪਣੇ ਮਾਈਂਡ 'ਚ ਆਉਂਦੇ ਆ, ਕੋਈ ਵੀ ਨਵੇਂ ਵਿਚਾਰ ਆਉਂਦੇ ਆ ਤਾਂ ਆਲਵੇਜ਼ ਥਿੰਕ ਔਨ ਪੇਪਰ ਹੈ ਨਾ, ਉਹਨੂੰ ਪੇਪਰ ਦੇ ਉੱਪਰ ਜ਼ਰੂਰ ਲੈ ਕੇ ਆਓ, ਕਿਉਂਕਿ ਜਦੋਂ ਤੁਸੀਂ ਲਿਖਦੇ ਹੋ ਤਾਂ ਉਸ ਚੀਜ਼ ਦੀ ਕਲੈਰਿਟੀ ਬਣਦੀ ਹੈ ਕਿ ਇਹ ਤੁਸੀਂ ਕੀ ਕਰਨਾ ਚਾਹੁੰਦੇ ਹੋ। ਸੋ ਡ੍ਰੀਮ ਜਿਹੜਾ ਆਪਾਂ ਆਪਣੇ ਸੁਪਨੇ ਅਗਰ ਲਈਏ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ, ਲਾਈਫ 'ਚ ਕੀ ਬਣਨਾ ਚਾਹੁੰਦੇ ਹਾਂ, ਕਿਸ ਤਰ੍ਹਾਂ ਦੀ ਲਾਈਫ ਜਿਉਣਾ ਚਾਹੁੰਦੇ ਹਾਂ, ਕੀ ਇੰਪੈਕਟ ਸਮਾਜ ਦੇ ਉੱਪਰ ਪਾਉਣਾ ਚਾਹੁੰਦੇ ਹਾਂ, ਤਾਂ ਉਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਪੇਪਰ ਦੇ ਉੱਪਰ ਲਿਖਦੇ ਹੋ, ਉਹਦੀ ਪਲੈਨਿੰਗ ਕਰਦੇ ਹੋ ਤਾਂ ਹੋਰ ਕਲੀਅਰ ਹੁੰਦੀਆਂ ਨੇ। ਪਰ ਤੁਹਾਡਾ ਮਾਈਂਡ ਉਨੀ ਹੀ ਕਲੈਰਿਟੀ ਦੇ ਨਾਲ ਸੋਚਦਾ, ਉਨੀ ਹੀ ਕਲੈਰਿਟੀ ਦੇ ਨਾਲ ਹੋਰ ਵਿਚਾਰਾਂ ਨੂੰ ਪੈਦਾ ਕਰਦਾ ਜੋ ਕੰਪਲੀਟ ਹੋਣ ਦੇ ਵਿੱਚ। ਤਾਂ ਇਹ ਚੀਜ਼ਾਂ ਸੀ ਕੁਛ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ। ਥੈਂਕ ਯੂ ਵੈਰੀ ਮਚ, ਵਿਸ਼ ਯੂ ਆਲ ਦ ਬੈਸਟ। ਹਾਂਜੀ, ਵੈਰੀ ਗੁੱਡ। ਬਹੁਤ ਹੀ ਡਿਟੇਲ ਦੇ ਵਿੱਚ ਬਲਜੀਤ ਨੇ ਗੱਲ ਕੀਤੀ ਹੈਗੀ ਹੈ ਕਿ ਕਿਸ ਤਰੀਕੇ ਨਾਲ ਆਪਾਂ ਰਚਨਾਤਮਕ ਤਰੀਕੇ ਆਪਣੇ ਲਾਈਫ ਦੇ ਵਿੱਚ ਸੋਚਣ ਦੇ ਉੱਤੇ ਲਗਾ ਸਕਦੇ ਹਾਂ। ਸੋ ਆਪਾਂ ਟਾਈਮ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਲਦੀ ਨਾਲ ਅੱਗੇ ਵਧਾਂਗੇ। ਨੈਕਸਟ ਸਪੀਕਰ ਹੈਗੇ ਆ ਸਾਡੇ ਨਾਲ ਮਿਹਰਪ੍ਰੀਤ ਸਿੰਘ ਜੀ, ਐਡਵੋਕੇਟ ਮਿਹਰਪ੍ਰੀਤ ਸਿੰਘ ਜੀ, ਜਿਹੜੇ ਇੱਕ ਰਿਸਰਚ ਸਾਇੰਟਿਸਟ ਨੇ, ਲਾਅ ਦੇ ਵਿੱਚ PhD ਕਰ ਰਹੇ ਆ ਪੰਜਾਬ ਯੂਨੀਵਰਸਿਟੀ ਤੋਂ, ਔਰ ਬਹੁਤ ਅੱਛੇ ਸਕਸੈਸਫੁਲ ਇਨਸਾਨ ਨੇ, ਬਹੁਤ ਅੱਛਾ ਮਾਈਂਡ ਸੈਟ ਆ ਉਹਨਾਂ ਦਾ। ਸੋ ਆਪਣੇ ਨਾਲ ਗੱਲ ਕਰਨਗੇ ਉਹ ਕਿ ਜਿਹੋ ਜਿਹਾ ਆਪਾਂ ਸੋਚਦੇ ਹਾਂ ਆਪਾਂ ਉਹੋ ਜਿਹੇ ਹੀ ਬਣ ਜਾਂਦੇ ਹਾਂ। ਬੜੀ ਹੀ ਵਧੀਆ ਟਾਕ ਆਪਾਂ ਨੂੰ ਹੁਣ ਸੁਣਨ ਨੂੰ ਮਿਲੀ ਆ ਪਹਿਲੇ ਦੋ ਸਪੀਕਰ ਤੋਂ। ਹੁਣ ਆਪਾਂ ਮਿਹਰਪ੍ਰੀਤ ਸਿੰਘ ਜੀ ਕੋਲੇ ਚੱਲਦੇ ਹਾਂ। ਹਾਂਜੀ ਮਿਹਰਪ੍ਰੀਤ, ਆਪਣੇ ਆਪ ਨੂੰ ਵੀਡੀਓ ਔਨ ਕਰ ਲਓ ਤੇ ਅਨਮਿਊਟ ਕਰੋ। ਮੈਂ ਇੱਧਰੋਂ ਅਨਮਿਊਟ ਕਰ ਦਿੱਤਾ ਤੁਹਾਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰੀ ਆਵਾਜ਼ ਤੇ ਵੀਡੀਓ ਕਲੀਅਰ ਹੈ? ਹਾਂਜੀ ਬਿਲਕੁਲ ਠੀਕ ਆ ਰਹੀ ਹੈ ਜੀ। ਥੈਂਕ ਯੂ ਭਾਜੀ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਅਸੀਂ ਬੁੱਕ ਪੜ੍ਹ ਰਹੇ ਹਾਂ ਤੇ ਜਿਹਦੇ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ, ਇਹ ਮੇਰੀ ਲਾਈਫ ਦੀ ਵਨ ਆਫ ਮਤਲਬ ਸਭ ਤੋਂ ਇੰਪੋਰਟੈਂਟ ਬੁੱਕ ਰਹੀ ਹੈ ਤੇ ਮੇਰੀ ਮਨ ਭਾਉਂਦੀ ਬੁੱਕ ਰਹੀ ਹੈ। ਬਿਕਾਜ਼ ਮੈਨੂੰ ਇਹ ਲੱਗਿਆ ਕਿ ਇਹਨਾਂ ਨੇ ਉਹ ਗੱਲਾਂ ਕਰੀਆਂ ਨੇ ਇਹਦੇ ਵਿੱਚ ਜਿਹੜੀਆਂ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸਮਝਣਾ ਤੇ ਉਹਨਾਂ ਤੇ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ, ਆਪਣੇ ਨਾਲ ਬਹੁਤ ਖੂਬਸੂਰਤ ਇਨਸਾਈਟਸ ਅਮਨਜੋਤ ਨੇ ਤੇ ਬਲਜੀਤ ਦੀਦੀ ਨੇ ਦਿੱਤੇ। ਮੈਂ ਇਸ ਚੈਪਟਰ ਦੇ ਵਿੱਚ ਜਿਹੜੀਆਂ ਗੱਲਾਂ ਕਰਨੀਆਂ ਚਾਹੂੰਗਾ, ਉਹਦੇ 'ਚ ਪਹਿਲੀ ਗੱਲ ਦੇਖੋ ਇਹ ਹੈ ਕਿ ਲੋਕ ਸਾਡੇ ਬਾਰੇ ਉਹੀ ਸੋਚਦੇ ਹੈ ਜੋ ਅਸੀਂ ਆਪਣੇ ਆਪ ਬਾਰੇ ਸੋਚਦੇ ਹਾਂ। ਜੇ ਮੈਨੂੰ ਲੱਗਦਾ ਹੈ ਕਿ ਮੈਂ ਇੱਕ ਇੰਪੋਰਟੈਂਟ ਇਨਸਾਨ ਹਾਂ, ਮੇਰੇ ਬਿਹੇਵੀਅਰ ਦੇ ਵਿੱਚੋਂ, ਮੇਰੀ ਸਬਕੌਨਸ਼ੀਅਸ ਲੈਂਗੁਏਜ ਦੇ ਵਿੱਚੋਂ ਇੱਦਾਂ ਦੀ ਮਤਲਬ ਇੱਕ ਵਾਈਬ੍ਰੇਸ਼ਨ ਹੁੰਦੀ ਹੈ ਤੇ ਇੰਪ੍ਰੈਸ਼ਨ ਅਗਲੇ ਨੂੰ ਜਾਂਦਾ ਹੈ ਕਿ ਅਗਲਾ ਇਹ ਸਮਝਦਾ ਕਿ ਇੱਕ ਇੰਪੋਰਟੈਂਟ ਇਨਸਾਨ। ਜੇ ਤੁਸੀਂ ਆਪਣੇ ਆਪ ਨੂੰ ਇੰਪੋਰਟੈਂਟ ਟਰੀਟ ਕਰੋਗੇ ਤਾਂ ਅਗਲਾ ਇਹ ਸਮਝੇਗਾ ਕਿ ਯਾਰ ਇਹ ਇਨਸਾਨ ਇੰਪੋਰਟੈਂਟ ਹੈ,
ਇਹਨੂੰ ਇੰਪੋਰਟੈਂਸ ਨਾਲ ਟਰੀਟ ਕਰਨਾ ਪਏਗਾ। ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹੀ ਕਾਰਨ ਹੈ ਕਿ ਕਿਸੇ ਬੰਦੇ ਨੂੰ ਉਹ ਰਾਮੂ ਓਏ ਕਹਿ ਦਿੱਤਾ ਜਾਂਦਾ ਹੈ ਨਾ, ਤੇ ਕਿਸੇ ਨੂੰ ਹਾਂਜੀ ਜਨਾਬ ਕਿਹਾ ਜਾਂਦਾ ਹੈ ਜਾਂ ਹਾਂਜੀ ਸਰ ਕਿਹਾ ਜਾਂਦਾ ਹੈ। ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜਾ ਇਹ ਐਗਜ਼ਾਮਪਲ ਵੀ ਆਪਣੇ 'ਚ ਹੈਗਾ ਪਰਸੂ ਪਰਸਾ ਪਰਸਰਾਮ, ਹੈ ਨਾ, ਇਹ ਜਿਹੜਾ ਪੰਜਾਬੀ ਪੁਰਾਣਾ ਅਖਾਣ ਹੈ, ਇਹ ਬੇਸਿਕਲੀ ਕਹਿਣਾ ਕੀ ਚਾਹੁੰਦਾ ਹੈ ਕਿ ਜਿੰਨਾ ਸਾਡਾ ਕੰਮ ਹੈ ਜਾਂ ਜਿਵੇਂ ਲੋਕ ਸਾਡੀ ਇੱਕ ਇਮੇਜ ਬਣਦੀ ਹੈ ਸਾਡੀ ਸੁਸਾਇਟੀ ਦੇ ਵਿੱਚ, ਉਸੇ ਢੰਗ ਨਾਲ ਸਾਨੂੰ ਟਰੀਟ ਕਰਿਆ ਜਾਂਦਾ ਹੈ। ਹਰ ਇਨਸਾਨ ਨੂੰ ਇਹ ਚੰਗਾ ਲੱਗਦਾ ਹੈ ਕਿ ਉਹਨੂੰ ਰਿਸਪੈਕਟ ਨਾਲ ਟਰੀਟ ਕਰਿਆ ਜਾਏ, ਚਾਹੇ ਉਹ ਵੱਡਾ ਚਾਹੇ ਉਹ ਛੋਟਾ ਹੈ। ਤੁਸੀਂ ਕਿਸੇ ਛੋਟੇ ਜਿਹੇ ਬੱਚੇ ਨੂੰ ਵੀ ਗੁੱਸੇ ਨਾਲ ਬੋਲ ਕੇ ਦੇਖੋ, ਉਹਦੀ ਵੀ ਲੈਂਗੁਏਜ 'ਚ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਏਗਾ ਕਿ ਤੁਸੀਂ ਉਹਨੂੰ ਜਿਵੇਂ ਟਰੀਟ ਕਰ ਰਹੇ ਹੋ ਉਹਨੂੰ ਚੰਗਾ ਨਹੀਂ ਲੱਗ ਰਿਹਾ। ਇਸੇ ਤਰੀਕੇ ਨਾਲ ਹਰੇਕ ਇਨਸਾਨ ਦੇ ਵਿੱਚ ਹੁੰਦਾ ਹੈ ਤੇ ਹਰੇਕ ਇਨਸਾਨ ਚਾਹੁੰਦਾ ਹੈ ਕਿ ਲੋਕ ਮੇਰੇ ਬਾਰੇ ਚੰਗਾ ਸੋਚਣ, ਮੇਰੇ ਬਾਰੇ ਚੰਗਾ ਕਹਿਣ। ਪਰ ਸਿਰਫ ਸੋਚਣ ਨਾਲ ਸਭ ਕੁਝ ਨਹੀਂ ਹੁੰਦਾ ਦੋਸਤੋ। ਸਾਨੂੰ ਉੱਦਾਂ ਢੰਗ ਨਾਲ ਵਿਚਰਨਾ ਪਏਗਾ ਕਿ ਲੋਕ ਸਾਨੂੰ ਇੰਪੋਰਟੈਂਟ ਸਮਝਣ ਤੇ ਸਾਨੂੰ ਸੁਸਾਇਟੀ ਦੇ ਵਿੱਚ ਇੰਪੋਰਟੈਂਸ ਮਿਲੇ। ਦੂਜੀ ਗੱਲ ਸਮਝਣ ਦੀ ਇਹ ਹੈ ਕਿ ਮੈਂ ਆਪਣੇ ਕੰਮ ਨੂੰ ਤੇ ਆਪਣੇ ਆਪ ਨੂੰ ਜਿੱਦਾਂ ਸੋਚਦਾ, ਜਿੰਨਾ ਵੱਡਾ ਸੋਚਦਾ, ਉਸ ਤੋਂ ਵੱਡਾ ਲੋਕ ਕਦੇ ਨਹੀਂ ਸੋਚ ਸਕਦੇ। ਇਹ ਬਹੁਤ ਮੰਨੀ ਪ੍ਰਮੰਨੀ ਗੱਲ ਹੈ। ਬੜੀਆਂ ਕਿਤਾਬਾਂ ਦੇ ਵਿੱਚ ਵੀ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਜੋ ਤੁਸੀਂ ਆਪਣੇ ਆਪ ਬਾਰੇ ਸੋਚਦੇ ਹੋ ਜਾਂ ਜਿੰਨਾ ਵੱਡਾ ਤੁਸੀਂ ਆਪਣੇ ਆਪ ਬਾਰੇ ਸੋਚਦੇ ਹੋ, ਉਸ ਤੋਂ ਵੱਡਾ ਲੋਕ ਤੁਹਾਡੇ ਬਾਰੇ ਕਦੇ ਨਹੀਂ ਸੋਚ ਸਕਦੇ। ਜਿੰਨਾ ਤੁਸੀਂ ਆਪਣੇ ਆਪ ਬਾਰੇ ਸੋਚੋਗੇ ਉਹ ਲਿਮਿਟ ਹੈ, ਉਹ ਮੈਕਸਿਮਮ ਲਿਮਿਟ ਹੈ ਕਿ ਤੁਸੀਂ ਲੋਕ ਤੁਹਾਨੂੰ ਕਿੰਨਾ ਲੈਣਗੇ, ਕਿੱਦਾਂ ਸੋਚਣਗੇ, ਤੇ ਤੁਹਾਨੂੰ ਆਪਣੀਆਂ ਉਸ ਲਿਮਿਟਸ ਨੂੰ ਇਨਕਰੀਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ। ਹੁਣ ਜਿੱਦਾਂ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਕੰਮ ਪ੍ਰਤੀ ਆਪਣੀ ਸੋਚ ਨੂੰ ਬਦਲਣਾ ਪਊ। ਤੁਹਾਨੂੰ ਇਹ ਮੰਨਣਾ ਪਊਗਾ ਕਿ ਤੁਸੀਂ ਪਰਮਾਤਮਾ ਦੇ ਬਣਾਏ ਹੋਏ ਇਨਸਾਨ ਹੋ। ਤੁਸੀਂ ਅੱਜ ਜਿੱਥੇ ਵੀ ਹੈਗੇ ਹੋ, ਤੁਸੀਂ ਜਿੰਨੇ ਮਰਜ਼ੀ ਅਮੀਰ ਹੋ ਜਾਂ ਗਰੀਬ ਹੋ, ਤੁਹਾਨੂੰ ਇਹ ਸੋਚਣਾ ਪਊਗਾ ਕਿ ਪਰਮਾਤਮਾ ਨੇ ਹਰੇਕ ਇਨਸਾਨ ਨੂੰ ਬਰਾਬਰ ਬਣਾਇਆ, ਤਾਂ ਹਰੇਕ ਇਨਸਾਨ ਨੂੰ ਇੱਜ਼ਤ ਦਾ ਹੱਕ ਹੈ ਤੇ ਤੁਹਾਨੂੰ ਵੀ ਹੈਗਾ, ਹੈ ਨਾ। ਇਸ ਚੀਜ਼ ਤੋਂ ਲੈ ਕੇ ਚੱਲਦਿਆਂ ਹੋਇਆਂ ਤੁਹਾਨੂੰ ਆਪਣੇ ਕੰਮ ਨੂੰ ਇੰਪੋਰਟੈਂਟ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਆਪਣੇ ਕੰਮ ਨੂੰ ਇੰਪੋਰਟੈਂਟ ਸਮਝੋਗੇ ਤਾਂ ਲੋਕ ਕੰਮ ਦੀ ਇੱਜ਼ਤ ਕਰਦੇ ਆ, ਲੋਕ ਤੁਹਾਡੀ ਇੱਜ਼ਤ ਕਰਨਗੇ। ਤੁਸੀਂ ਜੇ ਕੰਮ ਵਧੀਆ ਕਰੋਗੇ ਤਾਂ ਉਹਦੀ ਇੱਜ਼ਤ ਹੋਏਗੀ। ਹੁਣ ਬਲਜੀਤ ਦੀਦੀ ਨੇ ਸਾਡੇ ਨਾਲ ਕਿੰਨਾ ਸੋਹਣਾ ਐਗਜ਼ਾਮਪਲ ਦਿੱਤਾ ਕਿ ਉਹਨਾਂ ਨੇ ਆਪਣੀ ਜਿਹੜੀ ਬੇਟੀ ਦਾ ਐਗਜ਼ਾਮਪਲ ਦਿੱਤਾ ਕਿ ਜੇ ਉਹਨੇ ਕੰਮ ਨੂੰ ਇੱਜ਼ਤ ਦਿੱਤੀ ਤਾਂ ਉਹਨਾਂ ਦੇ ਸੁਪੀਰੀਅਰਸ ਵੱਲੋਂ ਉਹਨੂੰ ਇੱਜ਼ਤ ਮਿਲੀ, ਹੈ ਨਾ। ਉਹਨੂੰ ਮਤਲਬ ਪ੍ਰਮੋਸ਼ਨ ਕਿਉਂ ਮਿਲੀ? ਬੇਸਿਕਲੀ ਉਹਨਾਂ ਨੇ ਕੰਮ ਨੂੰ ਇੱਜ਼ਤ ਦਿੱਤੀ ਤੇ ਸੁਪੀਰੀਅਰਸ ਨੂੰ ਇਹ ਲੱਗਿਆ ਕਿ ਇਹ ਬੰਦਾ ਕੰਮ ਦੀ ਇੱਜ਼ਤ ਕਰਨਾ, ਇਹਦੀ ਇੱਜ਼ਤ ਕਰਨੀ ਚਾਹੀਦੀ, ਹੈ ਨਾ। ਸਭ ਤੋਂ ਪਹਿਲਾਂ ਜਦੋਂ ਅਸੀਂ ਕੰਮ ਦੀ ਗੱਲ ਕਰਦੇ ਹਾਂ, ਇੱਕ ਬਹੁਤ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਅਸੀਂ ਆਪਣੇ ਪਹਿਰਾਵੇ ਦਾ ਵੀ ਧਿਆਨ ਰੱਖੀਏ। ਅਕਸਰ ਅਸੀਂ ਇਹ ਚੀਜ਼ਾਂ ਸੋਚਦੇ ਹਾਂ ਕਿ ਜਦੋਂ ਮੈਂ ਕੰਮ ਕਰ ਰਿਹਾ ਯਾਰ ਵੀ ਕੰਮ ਨਾਲ ਮਤਲਬ ਹੋਣਾ ਚਾਹੀਦਾ, ਮੇਰੇ ਕੱਪੜਿਆਂ ਨਾਲ ਕਿਸੇ ਨੂੰ ਕੀ ਪ੍ਰਭਾਵ ਹੁੰਦੀ ਹੈ। ਜੇ ਤੁਸੀਂ ਇਦਾਂ ਸੋਚਦੇ ਹੋ ਤਾਂ ਤੁਸੀਂ ਕਿਸੇ ਹੱਦ ਤੱਕ ਸ਼ਾਇਦ ਕਹਿ ਸਕਦੇ ਹੋ ਕਿ 15-20% ਤੱਕ ਸ਼ਾਇਦ ਸਹੀ ਸੋਚਦੇ ਹੋ, ਪਰ 80% ਤੱਕ ਤੁਸੀਂ ਗਲਤ ਸੋਚ ਰਹੇ ਹੋ, ਹੈ ਨਾ। ਇਹਦਾ ਕਾਰਨ ਕੀ ਹੈ? ਦੇਖੋ, ਨੋ ਡਾਊਟ ਇੱਜ਼ਤ ਤਾਂ ਕੰਮ ਦੀ ਹੈ, ਪਰ ਪੁਆਇੰਟ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਲੋਕ ਤੁਹਾਨੂੰ ਦੇਖਦੇ ਹੈ ਤਾਂ ਉਹਨਾਂ ਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ, ਅਰਧ ਚੇਤ ਮਨ ਦੇ ਵਿੱਚ, ਜਿਹੜਾ ਮਨ ਹੈਗਾ ਅਚੇਤ ਮਨ, ਉਹਦੇ ਵਿੱਚ ਤੁਹਾਡੇ ਪ੍ਰਤੀ ਇੱਕ ਇਮੇਜ ਬਣਦੀ ਹੈ ਨਾ। ਹੁਣ ਜਦੋਂ ਤੁਸੀਂ ਕੋਈ ਚੰਗੇ ਕੱਪੜੇ, ਸਾਫ਼ ਸੁਥਰੇ ਕੱਪੜੇ ਪਾ ਕੇ ਆਉਂਦੇ ਹੋ, ਪ੍ਰੋਫੈਸ਼ਨਲ ਕੱਪੜੇ ਪਾ ਕੇ ਆਉਂਦੇ ਹੋ, ਤਾਂ ਉਹ ਇਹ ਸਮਝਦੇ ਆ ਕਿ ਇਹ ਇਨਸਾਨ ਆਪਣੇ ਆਪ ਨੂੰ ਇੰਪੋਰਟੈਂਸ ਦਿੰਦਾ ਹੈ, ਇਹ ਆਪਣੇ ਕੱਪੜਿਆਂ ਨੂੰ, ਆਪਣੇ ਪਹਿਰਾਵੇ ਨੂੰ ਇੰਪੋਰਟੈਂਸ ਦਿੰਦਾ ਹੈ, ਤੇ ਇਸ ਇਨਸਾਨ ਨੂੰ ਇੰਪੋਰਟੈਂਸ ਦੇਣੀ ਬਣਦੀ ਹੈ। ਜਦੋਂ ਤੁਸੀਂ ਰੋਜ਼ ਆਪਣੇ ਕੱਪੜਿਆਂ ਨੂੰ ਇੰਪੋਰਟੈਂਸ ਨਹੀਂ ਦਿੰਦੇ ਤਾਂ ਉਹਦੇ ਤੇ ਸਭ ਤੋਂ ਵੱਡੀ ਇੱਕ ਇਮੇਜ ਕੀ ਜਾਂਦੀ ਹੈ ਕਿ ਇਹ ਇਨਸਾਨ ਆਪਣੇ ਪਹਿਰਾਵੇ ਨੂੰ ਇੰਪੋਰਟੈਂਸ ਨਹੀਂ ਦਿੰਦਾ, ਇਹ ਆਪਣੇ ਆਪ ਨੂੰ ਇੰਪੋਰਟੈਂਸ ਨਹੀਂ ਦਿੰਦਾ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇੰਪੋਰਟੈਂਸ ਦੇਣੀ ਪਏਗੀ। ਕੋਈ ਜਿੱਦਾਂ ਮਰਜ਼ੀ ਹੋਵੇ, ਜਿਹੜੇ ਮਰਜ਼ੀ ਸੋਚਦਾ ਹੋਵੇ, ਹਰ ਇਨਸਾਨ ਜਦੋਂ ਵੀ ਤੁਹਾਨੂੰ ਦੇਖਦਾ ਹੈ ਤਾਂ ਤੁਹਾਡੇ ਬਾਰੇ ਇੱਕ ਇਮੇਜ ਬਣਾਉਂਦਾ ਹੈ। ਦੋਸਤੋ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਗੱਲ ਕਿਸੇ ਵੀ ਇਨਸਾਨ ਦੇ ਨਾਲ ਨਹੀਂ ਹੈ, ਸਾਡੇ ਸਾਰਿਆਂ ਨਾਲ ਅਪਲਾਈ ਕਰਦੀ ਹੈ। ਸਾਨੂੰ ਜਦੋਂ ਵੀ ਕੋਈ ਅੱਖਰ ਸੁਣਨ ਨੂੰ ਮਿਲਦਾ, ਜੇ ਸਾਨੂੰ ਅੱਖਰ, ਜੇ ਸਪੋਜ਼ ਕਰੋ ਤੁਸੀਂ ਬੈਠੇ ਹੋ ਤੇ ਤੁਹਾਡੇ ਸਾਹਮਣੇ ਕੋਈ ਬੱਚਾ ਮਾਂ ਦੀ ਆਵਾਜ਼ ਲੈਂਦਾ, ਹੈ ਨਾ, ਤੁਸੀਂ ਮਾਂ ਦਾ ਅੱਖਰ ਸੁਣਦੇ ਹੋ ਪਰ ਤੁਹਾਨੂੰ ਯਾਦ ਆਪਣੀ ਮਾਂ ਆਉਂਦੀ, ਹੈ ਨਾ। ਸੁਣਿਆ ਤੁਸੀਂ ਉਸ ਮਾਂ ਦਾ ਅੱਖਰ ਹੈ ਜਿਹੜਾ ਉਹ ਬੱਚੇ ਨੇ ਆਪਣੀ ਮਾਂ ਲਈ ਵਰਤਿਆ, ਪਰ ਤੁਹਾਡੇ ਦਿਮਾਗ ਦੇ ਵਿੱਚ ਆਪਣੀ ਮਾਂ ਦੀ ਛਵੀ ਆਉਂਦੀ ਹੈ, ਕਿਉਂਕਿ ਜਦੋਂ ਤੁਸੀਂ ਕੁਝ ਵੀ ਸੁਣਦੇ ਹੋ, ਤੁਹਾਡੇ ਦਿਮਾਗ ਦਾ ਹੀ ਇਹ ਬਣਤਰ ਹੈ ਇਨਸਾਨਾਂ ਦੀ ਕਿ ਅਸੀਂ ਕੁਝ ਵੀ ਚੀਜ਼ ਨੂੰ ਸੁਣਦੇ ਹਾਂ, ਸਮਝਦੇ ਹਾਂ ਤਾਂ ਸਾਡੇ ਪਿੱਛੇ ਦਿਮਾਗ ਦੇ ਵਿੱਚ ਇੱਕ ਇਮੇਜ ਬਣਦੀ ਹੈ। ਉਸੇ ਢੰਗ ਨਾਲ ਕਿਸੇ ਵੀ ਇਨਸਾਨ ਦੇ ਵਿੱਚ ਜਦੋਂ ਤੁਹਾਨੂੰ ਦੇਖਦਾ ਹੈ ਤਾਂ ਇੱਕ ਇਮੇਜ ਬਣਨੀ ਸ਼ੁਰੂ ਹੋ ਜਾਂਦੀ ਹੈ। ਹੁਣ ਉਹ ਇਨਸਾਨ ਜਿੰਨਾ ਮਰਜ਼ੀ ਚੰਗਾ ਹੋਵੇ, ਜਿੰਨਾ ਮਰਜ਼ੀ ਮਾੜਾ ਹੋਵੇ, ਉਹ ਜਿੱਦਾਂ ਮਰਜ਼ੀ ਸੋਚਦਾ ਹੋਵੇ, ਤੁਸੀਂ ਇਸ ਗੱਲ ਨੂੰ ਨਹੀਂ ਰੋਕ ਸਕਦੇ ਕਿ ਉਹ ਆਪਣੀ ਉਸ ਇਮੇਜ ਨੂੰ ਤੁਹਾਡੇ ਬਾਰੇ ਕਿਵੇਂ ਨਾ ਬਣਾਏ।
है ना। ਤੇ ਦੂਜੀ ਗੱਲ ਇਹ ਹੈ ਬਹੁਤ ਘੱਟ ਇਨਸਾਨ ਹੋਣਗੇ ਜਿਹੜੀ ਉਹ ਆਪਣੀ ਇਮੇਜ ਨੂੰ ਬਦਲ ਸਕਦੇ ਹੋਣਗੇ, ਹੈ ਨਾ। ਬਹੁਤ ਜ਼ਿਆਦਾ ਪ੍ਰਪੋਰਸ਼ਨ ਜਾਂ ਹਿੱਸਾ ਉਹਨਾਂ ਲੋਕਾਂ ਦਾ ਹੀ ਹੁੰਦਾ ਹੈ ਕਿ ਜਿਹੜੇ ਆਪਣੀ ਫਸਟ ਇਮੇਜ ਨੂੰ ਹੀ ਆਪਣੀ ਪਰਮਾਨੈਂਟ ਇਮੇਜ ਬਣਾ ਕੇ ਰੱਖਦੇ ਆ। ਤੁਸੀਂ ਪਹਿਲੀ ਵਾਰ ਕਿਸੇ ਇਨਸਾਨ ਨੂੰ ਦੇਖਦੇ ਹੋ, ਤੁਸੀਂ ਕਹਿੰਦੇ ਹੋ ਯਾਰ ਮੈਨੂੰ ਬੰਦਾ ਠੀਕ ਨਹੀਂ ਲੱਗਿਆ, ਇਹਦੇ ਨਾਲ ਗੱਲ ਨਹੀਂ ਕਰਨੀ, ਹੈ ਨਾ। ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸਾਡੀ ਪਰਸਨੈਲਿਟੀ ਇਹਨਾਂ ਸਾਰੀਆਂ ਚੀਜ਼ਾਂ ਨਾਲ ਅਫੈਕਟ ਹੁੰਦੀ ਹੈ। ਹੁਣ ਜੇ ਤੁਸੀਂ ਆਪਣੀ ਜੌਬ ਦੇ ਉੱਤੇ ਇੰਪੋਰਟੈਂਟ ਦੇਖਦੇ ਹੋ, ਤੁਸੀਂ ਦੇਖੋ ਹਰ ਇਨਸਾਨ ਚਾਹੁੰਦਾ ਵੀ ਮੈਨੂੰ ਵਧੀਆ ਪੇ ਮਿਲੇ, ਮੈਨੂੰ ਵਧੀਆ ਪ੍ਰਮੋਸ਼ਨ ਮਿਲੇ, ਪਰ ਆਪਣੇ ਆਪ ਨੂੰ ਦੇਖਣ ਦੇ ਲਈ ਆਪਣੀ ਇੱਕ ਸੁਪੀਰੀਅਰ ਦੀ ਨਜ਼ਰਾਂ ਤੋਂ ਦੇਖੋ। ਤੁਹਾਡਾ ਜਿਹੜਾ ਮਤਲਬ EMPLOYER ਹੈ ਜਿਹਨੇ ਤੁਹਾਨੂੰ ਕੰਮ ਦਿੱਤਾ ਹੈ, ਉਹਦੀਆਂ ਨਜ਼ਰਾਂ ਤੋਂ ਆਪਣੇ ਆਪ ਨੂੰ ਦੇਖ ਕੇ ਦੇਖੋ ਕਿ ਉਹ ਤੁਹਾਨੂੰ ਕਿੱਦਾਂ ਦੇਖਦਾ ਹੋਏਗਾ, ਹੈ ਨਾ। ਕੀ ਉਹ ਦੇਖਦਾ ਹੋਏਗਾ, ਕੀ ਉਹ ਸਮਝਦਾ ਹੋਏਗਾ ਤੁਹਾਨੂੰ ਦੇਖ ਕੇ ਕਿ ਇਹ ਇਨਸਾਨ ਆਪਣੇ ਕੰਮ ਨੂੰ ਜ਼ਰੂਰੀ ਸਮਝਦਾ ਹੈ, ਕੀ ਉਹ ਸੋਚਦਾ ਹੋਏਗਾ ਕਿ ਤੁਸੀਂ ਅੱਜ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰ ਰਹੇ ਹੋ। ਕਿਉਂਕਿ ਜੇ ਤੁਸੀਂ ਅੱਜ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਨਹੀਂ ਕਰ ਰਹੇ ਤਾਂ ਕੱਲ ਨੂੰ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਕਿਵੇਂ ਸੌਂਪ ਸਕਦਾ, ਹੈ ਨਾ। ਕਿਉਂਕਿ ਕੱਲ ਨੂੰ ਜਦੋਂ ਉਹਨੇ ਇੱਕ ਵੱਡੀ ਜ਼ਿੰਮੇਵਾਰੀ ਤੁਹਾਨੂੰ ਦੇਣੀ ਹੈ, ਉਹਨੂੰ ਇੱਕ ਇਹੋ ਜਿਹਾ ਇਨਸਾਨ ਚਾਹੀਦਾ ਹੈ ਜਿਹੜਾ ਆਪਣੇ ਕੰਮ ਨੂੰ ਹੋਰ ਇਮਾਨਦਾਰੀ ਨਾਲ, ਹੋਰ ਜ਼ਿੰਮੇਵਾਰੀ ਨਾਲ ਲਵੇ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਅੱਜ ਜਿਹੜੇ ਕੰਮ ਨੂੰ ਕਰ ਰਹੇ ਹੋ ਉਹਨੂੰ ਇੰਪੋਰਟੈਂਟ ਸਮਝੋ ਤੇ ਉਹਨੂੰ ਬੜੀ ਹੀ ਇਮਾਨਦਾਰੀ ਨਾਲ ਕਰੋ। ਸੈਕਿੰਡ ਚੀਜ਼ ਇਹ ਹੈ ਕਿ ਤੁਸੀਂ ਜਿੱਦਾਂ ਦਾ ਕੰਮ ਕਰੋਗੇ, ਤੁਹਾਡੇ ਜਿਹੜੇ ਜੂਨੀਅਰ ਹੁੰਦੇ ਆ, ਤੁਸੀਂ ਇਹ ਚੀਜ਼ ਦੇਖਿਓ ਆਪਣੇ ਘਰਾਂ ਦੇ ਵਿੱਚ ਵੀ ਕਿ ਬੱਚਾ ਆਪਣੇ ਪਿਤਾ ਦੀ, ਆਪਣੀ ਮਾਂ ਦੀ ਨਕਲ ਕਰਦਾ ਹੈ ਨਾ। ਤੇ ਜੇ ਹੁਣ ਮਾਂ ਤੇ ਪਿਤਾ ਐਗਜ਼ਾਮਪਲ ਹੀ ਮਾੜਾ ਸੈੱਟ ਕਰ ਰਹੇ ਹੋਣ ਤਾਂ ਓਬਵੀਅਸ ਜੀ ਗੱਲ ਹੈ ਬੱਚਾ ਉਹ ਮਾੜੇ ਐਗਜ਼ਾਮਪਲ ਦੀ ਨਕਲ ਕਰੇਗਾ। ਤੁਸੀਂ ਇਹ ਸਮਝਣਾ ਹੈ ਕਿ ਜਦੋਂ ਤੁਸੀਂ ਜੌਬ ਕਰ ਰਹੇ ਹੋ, ਜੇ ਤੁਹਾਡੇ ਅੰਦਰ 2 ਬੰਦੇ 4 ਬੰਦੇ ਵੀ ਕੰਮ ਕਰਦੇ ਆ ਤਾਂ ਉਹਨਾਂ ਨੇ ਤੁਹਾਡੀ ਨਕਲ ਕਰਨੀ ਹੈ, ਉਹਨਾਂ ਨੇ ਤੁਹਾਡੇ ਵਾਂਗੂ ਬਣਨ ਦੀ ਕੋਸ਼ਿਸ਼ ਕਰਨੀ ਹੈ। ਤਾਂ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਕੀ ਅਸੀਂ ਇਸ ਲਾਇਕ ਹੈਗੇ ਹਾਂ ਕਿ ਸਾਡੀ ਕੋਈ ਇਨਸਾਨ ਨਕਲ ਕਰੇ, ਸਾਡੇ ਵਰਗਾ ਕੋਈ ਇਨਸਾਨ ਬਣਨ ਬਾਰੇ ਸੋਚੇ। ਕਿਉਂਕਿ ਜੇ ਅਸੀਂ ਇਹ ਨਹੀਂ ਸੋਚਾਂਗੇ ਤਾਂ ਲੋਕ ਸਾਨੂੰ ਦੇਖ ਕੇ ਡੀਮੋਟੀਵੇਟ ਹੋਣਗੇ। ਜੇ ਅਸੀਂ ਆਪਣੇ ਕੰਮ ਨੂੰ ਛੋਟਾ ਜਿਹਾ ਸਮਝਾਂਗੇ ਕਿ ਯਾਰ ਵੀ ਮੈਂ ਕੀ ਕੰਮ ਕਰਦਾ, ਮੇਰੇ ਨਾਲ ਤਾਂ 2-4 ਬੰਦੇ ਹੀ ਕੰਮ ਕਰਦੇ ਆ, ਹੈ ਨਾ, ਛੋਟਾ ਮੋਟਾ ਜਿਹਾ ਕੰਮ ਕਰਦੇ ਆ, ਤਾਂ ਉਹ 2-4 ਬੰਦੇ ਵੀ ਆਪਣੇ ਕੰਮ ਨੂੰ ਛੋਟਾ ਸਮਝਣਗੇ, ਹੈ ਨਾ। ਪਰ ਜੇ ਤੁਸੀਂ ਆਪਣੇ ਕੰਮ ਨੂੰ ਬਹੁਤ ਵੱਡਾ ਸਮਝਦੇ ਹੋ ਤਾਂ ਤੁਹਾਡੇ ਨਾਲ ਕੰਮ ਕਰਨ ਵਾਲੇ ਇਨਸਾਨ ਵੀ ਤੁਹਾਡੀ ਇਮੇਜ ਤੇ ਚੱਲਣਗੇ ਤੇ ਉਹ ਇਹ ਸਮਝਣਗੇ ਕਿ ਅਸੀਂ ਇੱਕ ਬਹੁਤ ਵੱਡਾ ਕੰਮ ਕਰ ਰਹੇ ਹਾਂ ਤੇ ਬਹੁਤ ਵੱਡੀ ਇਮੇਜ ਤੇ ਕੰਮ ਕਰ ਰਹੇ ਹਾਂ, ਹੈ ਨਾ। ਕਿਸੇ ਵੀ ਇਨਸਾਨ ਨੂੰ ਜਦੋਂ ਆਪਾਂ ਨੌਕਰੀ ਦੇ ਕੋਈ ਇੰਟਰਵਿਊ ਤੇ ਦੇਣ ਜਾਂਦੇ ਹਾਂ ਜਾਂ ਆਪਣੇ ਬਿਜ਼ਨਸ ਬਾਰੇ ਸੋਚਦੇ ਹਾਂ, ਕਦੇ ਵੀ ਇਹ ਦੇਖੋ ਕਿ ਅੱਜ ਅਸੀਂ ਆਪਣੇ ਕੰਮ ਬਾਰੇ ਕੀ ਸੋਚ ਰਹੇ ਹਾਂ। ਇੱਕ ਬੜੀ ਸੋਹਣੀ ਐਗਜ਼ਾਮਪਲ ਕਿਤਾਬ ਦੇ ਵਿੱਚ ਦਿੱਤੀ ਗਈ ਹੈ। ਉਹ ਕਹਿੰਦੇ ਕਿ ਇੰਟਰਵਿਊ ਲੈਣ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਇਹ ਇਨਸਾਨ ਆਪਣੇ ਅੱਜ ਦੇ ਜਿਹੜਾ ਕੰਮ ਕਰ ਰਿਹਾ, ਅੱਜ ਜਿਹੜੀ ਨੌਕਰੀ ਕਰ ਰਿਹਾ, ਇਹਨੂੰ ਕਿੰਨੀ ਇੰਪੋਰਟੈਂਟ ਮੰਨਦਾ। ਕਿਉਂਕਿ ਜੇ ਇਹਨੂੰ ਅੱਜ ਇੰਪੋਰਟੈਂਟ ਮੰਨ ਰਿਹਾ ਤਾਂ ਕੱਲ ਸਾਡੇ ਨਾਲ ਵੀ ਕੰਮ ਕਰਨ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਮੰਨੇਗਾ, ਹੈ ਨਾ। ਉਸ ਤੋਂ ਬਾਅਦ ਇਸ ਕਿਤਾਬ ਦੇ ਵਿੱਚ ਇੱਕ ਪੁਆਇੰਟ ਆਇਆ ਕਿ ਐਂਥੂਸੀਆਸਟਿਕਲੀ ਸੋਚੋ, ਹੈ ਨਾ, ਵੀ ਮਤਲਬ ਉਤਸ਼ਾਹ ਨਾਲ ਸੋਚੋ, ਚੜ੍ਹਦੀ ਕਲਾ ਵਾਲੀ ਸੋਚ ਰੱਖੋ। ਮੈਂ ਤੁਹਾਡੇ ਨਾਲ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ ਸਟੀਵ ਜੌਬਸ ਦੀ। ਸਟੀਵ ਜੌਬਸ ਉਹ ਬੰਦਾ ਜਿਹਨੇ ਐਪਲ ਦੀ ਕੰਪਨੀ ਨੂੰ ਬਣਾਇਆ ਤੇ ਉਹਨੇ ਆਪਣੀ ਟੀਮ ਦੇ ਵਿੱਚ ਇੱਕ ਰੂਲ ਰੱਖਿਆ ਹੋਇਆ ਸੀਗਾ ਕਿ ਉਹ ਕਿਸੇ ਵੀ ਇਨਸਾਨ ਨੂੰ ਰੱਖਣ ਤੋਂ ਪਹਿਲਾਂ ਉਹਦਾ ਇੱਕ ਬਹੁਤ ਥੋਰੋ ਇੰਟਰਵਿਊ ਲੈਂਦੇ ਸੀਗੇ, ਹੈ ਨਾ। ਕਈ ਵਾਰ ਇੰਟਰਵਿਊ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਰਹਿੰਦਾ ਸੀ, ਇੰਨੇ ਲੰਬੇ ਇੰਟਰਵਿਊਜ਼ ਹੁੰਦੇ ਸੀ। ਉਹ ਕਹਿੰਦੇ ਅਸੀਂ ਇੱਕ ਚੀਜ਼ ਨੂੰ ਦੇਖਣ ਦੇ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਹੁੰਦੇ ਸੀਗੇ। ਉਹ ਇਹ ਗੱਲ ਹੁੰਦੀ ਸੀ ਕਿ ਸਾਡੇ ਪ੍ਰੋਡਕਟ ਨੂੰ ਦੇਖ ਕੇ ਇਹਦੇ ਮਨ 'ਚ ਕਿੰਨਾ ਉਤਸ਼ਾਹ ਜਾਗਦਾ। ਜੇ ਅਸੀਂ ਕਿਸੇ ਬੰਦੇ ਨੂੰ ਇੱਕ ਆਪਣਾ ਕੰਪਿਊਟਰ ਦਿਖਾਇਆ ਤੇ ਉਹ ਬੰਦਾ ਇਹ ਗੱਲ ਕਹਿੰਦਾ ਯਾਰ ਇਹ ਕੰਪਿਊਟਰ ਅੱਛਾ ਹੈ ਨਾ, ਵਧੀਆ ਕੰਪਿਊਟਰ ਹੈ ਤੁਹਾਡਾ, ਤਾਂ ਉਹਨਾਂ ਵੱਲੋਂ ਇਹ ਬੜੀ ਨਿਸ਼ਚਿਤ ਗੱਲ ਹੁੰਦੀ ਸੀ ਕਿ ਇਹ ਇਨਸਾਨ ਰੱਖਣ ਲਾਇਕ ਨਹੀਂ ਹੈਗਾ, ਹੈ ਨਾ। ਜੇ ਉਹ ਹੀ ਕਹਿੰਦੇ ਸੀ ਕਿ ਅਸੀਂ ਉਸ ਇਨਸਾਨ ਨੂੰ ਰੱਖਦੇ ਹਾਂ ਜਿਹੜਾ ਸਾਡੇ ਕੰਪਿਊਟਰ ਨੂੰ ਦੇਖ ਕੇ ਦੀਵਾਨਾ ਹੋ ਜਾਂਦਾ ਹੈ। ਉਹ ਕਹਿੰਦੇ ਯਾਰ ਆਹ ਤਾਂ ਚੀਜ਼ ਹੀ ਬਹੁਤ ਵਧੀਆ ਹੈ, ਇਹਦੇ ਨਾਲ ਅਸੀਂ ਦੁਨੀਆ ਨੂੰ ਬਦਲ ਸਕਦੇ ਹਾਂ, ਇਹਦੇ ਨਾਲ ਅਸੀਂ ਆਉਣ ਵਾਲੇ ਸਮੇਂ ਨੂੰ ਬਦਲ ਸਕਦੇ ਹਾਂ। ਤਾਂ ਉਹ ਉਹਨਾਂ ਇਨਸਾਨਾਂ ਨੂੰ ਰੱਖਦੇ ਸੀਗੇ। ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਐਪਲ ਵਨ ਆਫ ਦਾ ਕੰਪਨੀਜ਼ ਹੈ, ਦੇਖੋ, ਜਿਹਨੇ ਸਭ ਤੋਂ ਪਹਿਲਾਂ ਟੱਚ ਫੋਨ ਕੱਢਿਆ। ਉਹਨੇ ਇਹ ਸੋਚਿਆ ਕਿ ਮੈਨੂੰ ਸਮਾਰਟਫੋਨ ਚਾਹੀਦਾ ਹੈ। ਤੇ ਅੱਜ ਦੇ ਟਾਈਮ 'ਚ ਤੁਸੀਂ ਦੇਖੋ ਕਿ ਕੌਣ ਇਨਸਾਨ ਆਪਣੀ ਜ਼ਿੰਦਗੀ ਨੂੰ ਸਮਾਰਟਫੋਨ ਦੇ ਬਿਨਾਂ ਇਮੈਜਿਨ ਕਰ ਸਕਦਾ। ਅੱਜ ਐਪਲ ਦੇ ਫਾਊਂਡਰ ਨੂੰ ਐਪਲ ਦਾ ਫੋਨ ਬਣਾਇਆ ਹੋਇਆ ਕੋਈ 100-200 ਸਾਲ ਨਹੀਂ ਹੋਏ ਦੋਸਤੋ, ਇਸ ਗੱਲ ਨੂੰ ਸਿਰਫ 15-20 ਸਾਲ ਹੋਏ ਆ। ਇਹ ਸੋਚੋ ਕਿ ਅਗਲੇ 50 ਸਾਲਾਂ ਦੇ ਵਿੱਚ ਉਹ ਕਿੱਦਾਂ ਦੁਨੀਆ ਨੂੰ ਬਦਲਣਗੇ। ਉਹ ਸਿਰਫ ਤਾਂ ਹੀ ਬਦਲ ਸਕਦੇ ਆ ਜੇ ਉਹਨਾਂ ਦੇ ਨਾਲ ਇੱਕ ਗਰੁੱਪ ਹੈਗਾ ਜਿਹੜੇ ਲੋਕ ਦੁਨੀਆ ਨੂੰ ਬਦਲਣਾ ਚਾਹੁੰਦੇ ਆ, ਜਿਹੜੇ ਉਹਨਾਂ ਦੇ ਨਾਲ ਦੀ ਸੋਚ ਰੱਖਦੇ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਦੇਖ ਕੇ ਕਿ ਗੁਰਸੇਵਕ ਸਿੰਘ ਜੀ ਤੇ ਬਲਜੀਤ ਦੀਦੀ ਨੇ ਇਹ ਇੱਕ ਉਪਰਾਲਾ ਲਿਆ ਕਿ ਅਸੀਂ ਸਾਰੇ ਇੱਕ ਜਿਹੜੇ ਸੇਮ ਸੋਚ ਵਾਲੇ ਹੈਗੇ ਆ, ਜਿਹਨਾਂ ਸਾਰਿਆਂ ਦੀ ਸੋਚ ਲਗਭਗ ਸਿਮਿਲਰ ਹੈਗੀ ਆ, ਇੱਕ ਦੂਜੇ ਵਰਗੀ ਹੈਗੀ ਆ, ਉਹ ਇਕੱਠੇ ਹੋ ਰਹੇ ਆ।
ਦੇਖੋ ਅਸੀਂ ਇਕੱਲੇ ਬਹੁਤ ਛੋਟੇ ਆ ਕੋਈ ਵੀ ਬਹੁਤ ਵੱਡਾ ਕੰਮ ਕਰਨ ਦੇ ਲਈ। ਕੋਈ ਜਿਵੇਂ ਅਮਨਜੋਤ ਨੇ ਕਿਹਾ ਛੋਟੇ ਛੋਟੇ ਕੰਮਾਂ ਦੀ ਆਦਤ ਪਾਣੀ ਬਹੁਤ ਜ਼ਰੂਰੀ ਹੈ, ਕਿਉਂਕਿ ਛੋਟੇ ਜਿੱਤਾਂ ਦੇ ਨਾਲ ਹੀ ਛੋਟੇ ਕੰਮਾਂ ਦੇ ਨਾਲ ਹੀ ਵੱਡੀ ਜਿੱਤ ਨੂੰ ਜਾਂ ਵੱਡੇ ਕੰਮ ਨੂੰ ਹੱਥ ਪਾਉਣ ਦੀ ਹਿੰਮਤ ਪੈਂਦੀ ਹੈ। ਪਰ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਜੇ ਤੁਸੀਂ ਕੁਝ ਬਹੁਤ ਵੱਡਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਲੋਕਾਂ ਨੂੰ ਆਪਣੇ ਨਾਲ ਰਲਾ ਕੇ ਉਹਨਾਂ ਦੇ ਨਾਲ ਕੰਮ ਕਰਨਾ ਪਊਗਾ। ਤੇ ਜਦੋਂ ਤੁਸੀਂ ਲੋਕਾਂ ਬਾਰੇ ਗੱਲ ਕਰੋਗੇ, ਲੋਕਾਂ ਦੇ ਨਾਲ ਕੰਮ ਕਰੋਗੇ, ਤੁਹਾਨੂੰ ਲੋਕ ਵਿਹਾਰ ਨੂੰ ਸਮਝਣਾ ਪਊਗਾ। ਤੁਹਾਨੂੰ ਬੜੀ ਇਮਾਨਦਾਰੀ ਨਾਲ ਇਹ ਸਮਝਣਾ ਪਊਗਾ ਕਿ ਇੱਕ ਇੰਪੋਰਟੈਂਟ ਇਨਸਾਨ ਕਿੱਦਾਂ ਸੋਚਦਾ ਹੈ ਨਾ। ਤੁਹਾਨੂੰ ਆਪਣੇ ਵਿਚਾਰਾਂ ਬਾਰੇ ਦੇਖਣਾ ਪਊਗਾ ਤੇ ਸੋਚਣਾ ਪਊਗਾ ਕਿ ਕੋਈ ਬਹੁਤ ਜ਼ਿਆਦਾ ਸਫਲ ਇਨਸਾਨ ਜਾਂ ਮਹੱਤਵਪੂਰਨ ਇਨਸਾਨ ਉਹ ਇਦਾਂ ਹੀ ਸੋਚਦਾ ਜਿਵੇਂ ਮੈਂ ਸੋਚਦਾ, ਕਿ ਉਹ ਇਦਾਂ ਹੀ ਗੱਲਾਂ ਕਰਦਾ ਜਿਵੇਂ ਮੈਂ ਕਰਦਾ। ਜਦੋਂ ਤੁਸੀਂ ਕਿਸੇ ਇਨਸਾਨ ਨਾਲ ਗੱਲ ਕਰ ਰਹੇ ਹੋ ਤਾਂ ਸੋਚੋ ਕਿ ਮੈਂ ਕੋਈ ਬੇਤੁਕੀਆਂ ਗੱਲਾਂ ਤਾਂ ਨਹੀਂ ਕਰ ਰਿਹਾ, ਕਿ ਮੈਂ ਇੰਪੋਰਟੈਂਟ ਗੱਲ ਕਰ ਰਿਹਾ, ਕਿ ਮੈਂ ਕੱਪੜੇ ਜਿੱਦਾਂ ਦੇ ਪਾਏ ਆ, ਕਿ ਇੱਕ ਇੰਪੋਰਟੈਂਟ ਇਨਸਾਨ ਏਦਾਂ ਦੇ ਕੱਪੜੇ ਪਾਉਂਦਾ ਹੈ, ਕਿ ਮੈਂ ਏਦਾਂ ਹੀ ਕੋਈ ਮਾੜੇ ਤਾੜੇ ਕੱਪੜੇ ਜੇ ਪਾ ਕੇ, ਮੈਲੇ ਜੇ ਕੱਪੜੇ, ਅਨਪ੍ਰੈਸਡ ਕੱਪੜੇ ਜੇ ਪਾ ਕੇ ਆਫਿਸ ਚੱਲਿਆ ਤਾਂ ਮੇਰੇ ਬਾਰੇ ਲੋਕ ਕੀ ਸੋਚਣਗੇ। ਕਿ ਮੇਰੀ ਭਾਸ਼ਾ ਤੋਂ ਇਹ ਲੱਗਦਾ ਕਿ ਮੈਂ ਇੱਕ ਸਫਲ ਇਨਸਾਨ ਹੈਗਾ, ਤਾਂ ਕਿ ਲੋਕ ਮੇਰੇ ਨਾਲ ਜੁੜਨ ਬਾਰੇ ਸੋਚਣ ਕਿ ਇੱਕ ਸਫਲ ਇਨਸਾਨ ਨੂੰ ਹੀ ਇਨਸਾਨ ਫੋਲੋ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੇਖੋ ਦੋਸਤੋ, ਲੋਕ ਸਿਰਫ ਉਸੇ ਇਨਸਾਨ ਨੂੰ ਫੋਲੋ ਕਰਦੇ ਆ ਜਿਹੜਾ ਉਹਨਾਂ ਵਰਗਾ ਤੇ ਉਹਨਾਂ ਤੋਂ ਵਧੀਆ ਹੈਗਾ, ਹੈ ਨਾ। ਦੋਨੋਂ ਹੀ ਚੀਜ਼ਾਂ ਬਹੁਤ ਜ਼ਰੂਰੀ ਹੈਗੀ ਹੈ ਕਿ ਉਹ ਤੁਹਾਡੇ ਨਾਲ ਕਨੈਕਟ ਕਰ ਪਾਉਂਦੇ ਆ। ਉਹਨਾਂ ਨੂੰ ਲੱਗਦਾ ਯਾਰ ਕਿ ਇਹ ਸਾਡੇ ਵਰਗਾ ਹੀ ਇਨਸਾਨ ਹੈ। ਦੂਜੀ ਗੱਲ, ਉਹਨਾਂ ਨੂੰ ਲੱਗਦਾ ਕਿ ਕੀ ਮੈਨੂੰ ਇਹਦੇ ਤੋਂ ਸਿੱਖਣ ਨੂੰ ਕੁਝ ਮਿਲ ਸਕਦਾ ਹੈ। ਜੇ ਉਹਨਾਂ ਨੂੰ ਤੁਹਾਡੇ ਤੋਂ ਸਿੱਖਣ ਨੂੰ ਕੁਝ ਨਹੀਂ ਮਿਲ ਸਕਦਾ ਤਾਂ ਉਹ ਤੁਹਾਨੂੰ ਫੋਲੋ ਕਿਉਂ ਕਰਨਗੇ। ਅਗਲੀ ਚੀਜ਼ ਆ ਸਾਨੂੰ ਦੇਖਣ ਦੀ ਜ਼ਰੂਰਤ ਹੈ ਕਿ ਕੀ ਮੇਰੀ ਗੱਲਬਾਤ ਦੇ ਵਿੱਚੋਂ ਐਂ ਲੱਗਦਾ ਕਿ ਮੈਂ ਇੰਪੋਰਟੈਂਟ ਇਨਸਾਨ ਹੈਗਾ, ਕਿ ਮੈਂ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਕਰ ਜਾਂਦਾ, ਕਿ ਇੱਕ ਇੰਪੋਰਟੈਂਟ ਇਨਸਾਨ ਇਹਨਾਂ ਗੱਲਾਂ ਨੂੰ ਇੱਕ ਇੰਪੋਰਟੈਂਸ ਦਿੰਦਾ ਹੈ। ਇਹ ਸਾਰੀਆਂ ਗੱਲਾਂ ਸਾਨੂੰ ਸੋਚਣ ਦੀ ਜ਼ਰੂਰਤ ਹੈ ਦੋਸਤੋ, ਕਿਉਂਕਿ ਜਿੱਦਾਂ ਅਸੀਂ ਆਪਣੇ ਆਪ ਬਾਰੇ ਸੋਚਾਂਗੇ ਉਦਾਂ ਹੀ ਸਾਡੇ ਮਾਈਂਡ ਦੇ ਵਿੱਚ ਇਮੇਜ ਬਣੇਗੀ। ਹੁਣ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਇੱਕ ਬੜੀ ਵਧੀਆ ਟਿਪ ਦਿੱਤੀ ਗਈ ਹੈ ਇਸ ਕਿਤਾਬ ਦੇ ਵਿੱਚ ਕਿ ਤੁਸੀਂ ਆਪਣੇ ਆਪ ਨਾਲ ਗੱਲ ਕਰੋ। ਦੇਖੋ, ਅਸੀਂ ਸਾਰਾ ਦਿਨ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਤੇ ਆਪਣੇ ਖਿਆਲਾਂ ਨੂੰ ਆਪ ਵੀ ਦੇਖਦੇ ਹਾਂ। ਇਸੇ ਗੱਲ ਨੂੰ ਅਸੀਂ ਸੈਲਫ ਟਾਕ ਕਹਿੰਦੇ ਹਾਂ। ਜਦੋਂ ਤੁਸੀਂ ਆਪਣੇ ਆਪ ਨਾਲ ਗੱਲ ਕਰ ਰਹੇ ਹੋ, ਤੁਹਾਡੀ ਜਿਹੜੀ ਸੈਲਫ ਟਾਕ ਹੈਗੀ, ਆਪਣੇ ਆਪ ਨਾਲ ਗੱਲਬਾਤ ਹੈਗੀ ਹੈ, ਇਹ ਤੁਹਾਡੀ ਸੋਚ ਨੂੰ, ਤੁਹਾਡੇ ਸੋਚਣ ਦੇ ਨਜ਼ਰੀਏ ਨੂੰ ਬਹੁਤ ਜ਼ਿਆਦਾ ਇਨਫਲੂਐਂਸ ਕਰਦੀ ਹੈ। ਇਸੇ ਲਈ ਇਸ ਕਿਤਾਬ ਦੇ ਵਿੱਚ ਇੱਕ ਟਿਪ ਦਿੱਤੀ ਗਈ ਹੈ ਕਿ ਕੋਈ ਬਹੁਤ ਵੱਡੀ ਮੀਟਿੰਗ ਤੋਂ ਜਾਂ ਕੋਈ ਇੰਪੋਰਟੈਂਟ ਫੋਨ ਕਾਲ ਤੋਂ ਪਹਿਲਾਂ ਤੁਸੀਂ ਆਪਣੇ ਆਪ ਨਾਲ ਇੱਕ ਸੈਲਫ ਟਾਕ ਕਰੋ। ਤੁਸੀਂ ਆਪਣੇ ਆਪ ਨੂੰ ਦੱਸੋ ਕਿ ਮੈਂ ਬਹੁਤ ਇੰਪੋਰਟੈਂਟ ਹੈਗਾ, ਮੈਂ ਇੱਕ ਬਹੁਤ ਵਧੀਆ ਕਾਲ ਕਰਨ ਜਾ ਰਿਹਾ ਤੇ ਮੈਂ ਬਹੁਤ ਸੋਹਣੀ ਗੱਲਬਾਤ ਕਰੂੰਗਾ, ਇਹ ਬੰਦਾ ਮੇਰੀ ਗੱਲ ਸੁਣੂਗਾ ਤੇ ਇਹਨੂੰ ਮੇਰੀ ਗੱਲ ਦੀ ਇੰਪੋਰਟੈਂਸ ਸਮਝ ਆਊਗੀ। ਜਦੋਂ ਤੁਸੀਂ ਇਸ ਢੰਗ ਨਾਲ ਗੱਲ ਕਰਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਇੱਕ ਮੈਸੇਜ ਦੇ ਰਹੇ ਹੋ ਕਿ ਮੈਂ ਇੰਪੋਰਟੈਂਟ ਹੈਗਾ ਤੇ ਮੇਰਾ ਕੰਮ ਇੰਪੋਰਟੈਂਟ ਹੈਗਾ। ਇਸੇ ਨਜ਼ਰੀਏ ਤੋਂ ਲੋਕ ਤੁਹਾਨੂੰ ਦੇਖਣਗੇ ਜਿੱਦਾਂ ਤੁਸੀਂ ਆਪਣੇ ਆਪ ਬਾਰੇ ਸੋਚ ਰਹੇ ਹੋ। ਤੇ ਇਸ ਬੁੱਕ ਨੂੰ ਦੋਸਤੋ ਆਈ ਵਿਲ ਰਿਕਮੈਂਡ, ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਕਿ ਤੁਸੀਂ ਇਸ ਪੂਰੀ ਕਿਤਾਬ ਨੂੰ ਪੜ੍ਹੋ ਤੇ ਇੱਕ ਇੱਕ ਚੈਪਟਰ ਕਰਕੇ ਪੜ੍ਹਨਾ ਸ਼ੁਰੂ ਕਰੋ। ਮੈਨੂੰ ਬਹੁਤ ਖੁਸ਼ੀ ਹੈ ਗੁਰਸੇਵਕ ਭਾਜੀ ਦੇ ਇਸ ਉਪਰਾਲੇ ਤੋਂ ਤੇ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਜੀ। ਥੈਂਕ ਯੂ। ਹਾਂਜੀ, ਪਰਫੈਕਟ ਮਹਿਰਪ੍ਰੀਤ, ਵੈਰੀ ਗੁੱਡ। ਦੋਸਤੋ, ਮਹਿਰਪ੍ਰੀਤ ਜੀ ਨੇ ਬੜੀ ਡਿਟੇਲ ਦੇ ਵਿੱਚ ਔਰ ਬੜੇ ਦਿਲੋਂ ਗੱਲਬਾਤ ਕੀਤੀ ਆਪਣੇ ਨਾਲ। ਅੱਜ ਬਹੁਤ ਹੀ ਵਧੀਆ ਆਪਾਂ ਸਿੱਖਿਆ ਹੈਗਾ ਦ ਮੈਜਿਕ ਆਫ ਥਿੰਕਿੰਗ ਬਿਗ, ਵੱਡੀ ਸੋਚ ਦਾ ਵੱਡਾ ਜਾਦੂ ਦੇ ਆਪਾਂ ਅਗਲੇ 3 ਚੈਪਟਰ ਰੀਡ ਕੀਤੇ ਆ। ਦੋਸਤੋ, ਇਸ ਉਪਰਾਲੇ ਨੂੰ ਅੱਗੇ ਲਿਜਾਣ ਵਾਸਤੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈਗੀ ਆ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਇਹ ਲਿੰਕ ਸ਼ੇਅਰ ਕਰੋ ਤਾਂ ਕਿ ਆਪਾਂ ਬਹੁਤ ਸਾਰੇ ਲੋਕਾਂ ਨੂੰ ਇਸ ਪਲੇਟਫਾਰਮ ਤੇ ਲੈ ਕੇ ਆਈਏ, ਕੁਝ ਸਮਾਜ ਦੇ ਵਿੱਚ ਬਦਲਾਅ ਬਾਰੇ ਸੋਚ ਸਕੀਏ। ਬੱਚਿਆਂ ਨੂੰ ਨਾਲ ਅਟੈਚ ਕਰੋ। 10 ਸਾਲ ਤੋਂ ਉੱਪਰ ਜਿਹੜੇ ਬੱਚੇ ਹੈਗੇ ਆ, ਜਿਹੜੇ 10-12 ਸਾਲ ਦੀ ਏਜ ਦੇ ਵਿੱਚ ਬਹੁਤ ਅੱਛਾ ਸੋਚਦੇ ਆ ਬੱਚੇ, ਬਹੁਤ ਵਧੀਆ ਉਹਨਾਂ ਦੇ ਮਾਈਂਡ ਸੈਟ ਹੁੰਦੇ ਆ। ਅਗਰ ਆਪਾਂ ਇਸ ਏਜ ਦੇ ਵਿੱਚ ਉਹਨਾਂ ਨੂੰ ਨਾਲ ਪਲੱਗ ਇਨ ਕਰਦੇ ਹਾਂ ਤਾਂ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਲਾਈਫ ਦੇ ਵਿੱਚ ਗਰੋ ਕਰਨਗੇ। ਅਸੀਂ ਆਪਣੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਹੀ ਸ਼ੁਰੂ ਤੋਂ ਕੀਤਾ ਹੈਗਾ ਤਾਂ ਸਾਨੂੰ ਬਹੁਤ ਅੱਛੇ ਰਿਜ਼ਲਟ ਮਿਲੇ ਆ। ਅੱਛੇ ਪੇਰੈਂਟ ਦੋਸਤੋ ਉਹੀ ਹੁੰਦੇ ਆ ਜਿਹੜੇ ਆਪਣੇ ਬੱਚਿਆਂ ਨੂੰ ਇੱਕ ਸਹੀ ਪਲੇਟਫਾਰਮ ਦੇ ਉੱਤੇ ਜੋੜ ਦਿੰਦੇ ਆ। ਆਪਾਂ ਸਾਰੇ ਚਾਹੁੰਦੇ ਵੀ ਇਹ ਆ, ਆਪਾਂ ਸੋਚਦੇ ਹਾਂ ਕਿ ਸਾਡਾ ਬੱਚਾ ਬਾਹਰ ਕਿਹਦੇ ਨਾਲ ਮਿਲ ਰਿਹਾ, ਉਹ ਚੰਗੇ ਹੋਣੇ ਚਾਹੀਦੇ ਆ, ਕੋਈ ਬੁਰੇ ਬੱਚਿਆਂ ਦੇ ਵਿੱਚ ਨਾ ਖੜਾ ਹੋਵੇ। ਤੋ ਇਹ ਸਾਰਾ ਕੁਝ ਤਾਂ ਪੋਸੀਬਲ ਹੈਗਾ, ਬੁਰਿਆਂ ਤੋਂ ਤਾਂ ਆਪਾਂ ਰੋਕਣ ਦੀ ਸੋਚ ਰਹੇ ਹਾਂ, ਪਰ ਚੰਗੇ ਪਾਸੇ ਵੀ ਆਪਾਂ ਲਾਈਏ। ਚੰਗਾ ਪਾਸਾ ਕਿਹੜਾ ਹੈਗਾ ਦੋਸਤੋ? ਜਿਸ ਤਰ੍ਹਾਂ ਆਪਾਂ ਚੰਗੀ ਸੋਚ ਦੀ ਅਗਰ ਗੱਲ ਕਰਦੇ ਹਾਂ, ਥਾਟ ਪ੍ਰੋਸੈਸ ਤੋਂ ਹੀ ਲੋਕੀ ਜਾਣੇ ਜਾਂਦੇ ਆ, ਸਰੀਰਾਂ ਕਰਕੇ। ਦੇਖੋ, ਜਦੋਂ ਆਪਾਂ ਕਾਮਯਾਬੀ ਦੀ ਗੱਲ ਕਰਦੇ ਹਾਂ ਤਾਂ ਕਾਮਯਾਬੀ ਦਾ ਆਕਾਰ ਜਿਹੜਾ ਹੈਗਾ ਸਾਡੇ ਫਿਜ਼ੀਕਲ ਆਕਾਰ ਦੇ ਬਰਾਬਰ ਨਹੀਂ ਹੈ, ਉਹਦੇ ਨਾਲ ਨਹੀਂ ਮਾਪਿਆ ਜਾਂਦਾ।
ਉਹ ਇੰਚਾਂ ਦੇ ਵਿੱਚ ਤੇ ਕਿਲੋਆਂ ਦੇ ਵਿੱਚ ਨਹੀਂ ਮਾਪਿਆ ਜਾਂਦਾ, ਉਹ ਸਾਡੀ ਸੋਚ ਦੇ ਆਕਾਰ ਦੇ ਨਾਲ ਮਾਪਿਆ ਜਾਂਦਾ ਕਿ ਸਾਡੀ ਸੋਚ ਕਿੱਡੀ ਵੱਡੀ ਹੈ। ਸੋ ਇਸ ਤਰੀਕੇ ਨਾਲ ਆਪਾਂ ਇਹਨਾਂ ਬੁੱਕਸ ਦੇ ਨਾਲ ਜੁੜੇ ਰਹਾਂਗੇ। ਅਸੀਂ ਤੁਹਾਨੂੰ ਇਨਕਰੇਜ ਕਰਾਂਗੇ ਕਿ ਇਸ ਬੁੱਕ ਨੂੰ ਸਿਰੇ ਤੱਕ ਸਾਡੇ ਨਾਲ ਪੂਰੀ ਬੁੱਕ ਰੀਡ ਕਰਨ ਦੇ ਦੌਰਾਨ ਨਾਲ ਰਹੋ, ਤਾਂ ਕਿ ਤੁਹਾਨੂੰ ਇਹ ਪੂਰਾ ਪਤਾ ਲੱਗੇ ਕਿ ਇਹਨਾਂ ਕਿਤਾਬਾਂ ਦੇ ਵਿੱਚ ਕਿੰਨਾ ਵੱਡਾ ਖਜ਼ਾਨਾ ਹੈ, ਜਿਹੜਾ ਸਾਨੂੰ ਪੜ੍ਹਨਾ ਚਾਹੀਦਾ, ਖੁਦ ਵੀ ਪੜ੍ਹਨਾ ਚਾਹੀਦਾ ਤੇ ਆਪਣੇ ਨੀਅਰ ਐਂਡ ਡੀਅਰਸ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ। ਸੋ ਅੱਜ ਦੀ ਬੁੱਕ ਦੇ ਵਿੱਚ ਆਪਾਂ ਕੀ ਸਿੱਖਿਆ, ਕੀ ਅੱਛਾ ਲੱਗਿਆ, ਸੋ ਮੈਂ ਚਾਹਾਂਗਾ ਕਿ ਤੁਸੀਂ ਹੈਂਡ ਰੇਜ਼ ਕਰ ਸਕਦੇ ਹੋ, ਅਸੀਂ ਤੁਹਾਡੇ ਵਿਊਜ਼ ਵੀ ਲਵਾਂਗੇ। ਜਿਹੜੇ ਦੋਸਤ ਵੀ ਕਰਨਾ ਚਾਹੁੰਦੇ ਆ, ਤਾਂ ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਇੱਥੋਂ ਵਾਕਈ ਕੋਈ ਵੈਲਿਊ ਐਡੀਸ਼ਨ ਤੁਹਾਡੀ ਹੋ ਰਹੀ ਹੈ, ਤੁਹਾਡੀ ਥਾਟ ਪ੍ਰੋਸੈਸ ਦੇ ਵਿੱਚ ਕੋਈ ਅੱਛਾ ਆ ਰਿਹਾ। ਸੋ 1-2 ਮਿੰਟ ਦੇ ਵਿੱਚ ਆਪਾਂ ਸ਼ੇਅਰਿੰਗ ਕਰਾਂਗੇ। ਅਗਰ ਤੁਸੀਂ ਚਾਹੋ ਤਾਂ ਤੁਸੀਂ ਹੈਂਡ ਰੇਜ਼ ਕਰ ਸਕਦੇ ਹੋ।